बेशुमार अथा अगणित तुलै, ज्यों बुलावै त्यों नानक दास बोलै। परम सत्कारयोग गुरु स्वरूप गुरु साध संगत जीओ, वाहिगुरु जी का खालसा वाहिगुरु जी की फतेह। चल रही माझ दी वार ਜਿਹਦੇ ਵਿੱਚ ਧੰਨ 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 ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਉੱਤੇ ਕਿਰਪਾ ਕਰਦੇ ਨੇ। ਆਓ ਉਸ ਦੇ ਅਗਲੇ ਅਧਿਆਇ ਦੇ ਨਾਲ ਜੁੜੀਏ। ਸ਼ਲੋਕ ਮਹਲਾ ਪਹਿਲਾ। ਤੁਧ ਭਾਵੈ ਤਾਂ ਵਾਵੈ ਗਾਵੈ, ਤੁਧ ਭਾਵੈ ਜਲ ਨਾਵੈ। ਵਾਹਿਗੁਰੂ ਨਿਰੰਕਾਰ ਜੀ ਇੱਥੇ ਕਹਿੰਦੇ ਨੇ ਤੁਧ ਭਾਵੈ ਤਾਂ ਵਾਵੈ ਗਾਵੈ। ਤੁਧ ਭਾਵੇਂ ਦਾ ਮਤਲਬ ਹੁੰਦਾ ਜੇ ਤੇਰੇ ਤੱਕ ਉਹ ਕੀਤਾ ਹੋਇਆ ਕਰਮ ਸੰਸਾਰ ਦੇ ਉੱਤੇ ਤੇਰੇ ਤੱਕ ਸਾਨੂੰ ਪਹੁੰਚਾ ਦੇਵੇ, ਤੈਨੂੰ ਚੰਗਾ ਲੱਗਣਾ ਸ਼ੁਰੂ ਹੋ ਜਾਵੇ, ਉਹੀ ਕਰਮ ਜਿਹੜਾ ਹੈ ਉਹੀ ਇੱਥੇ ਸੰਸਾਰ ਤੇ ਜੀਵ ਨੂੰ ਕਰਨ ਵਾਸਤੇ ਕਹਿੰਦੇ ਨੇ। ਤੇ ਦੂਸਰਾ ਇਹਦੇ ਹਿੱਤੂ ਰੂਪ ਵੀ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਆਪ ਜੀ ਦੀ ਕਿਰਪਾ ਹੁੰਦੀ ਹੈ ਉਹੀ ਨਿਰੰਕਾਰ ਵਾਹਿਗੁਰੂ ਜੀ ਜਿਹੜੇ ਕਰਮਾਂ ਦੇ ਵਿੱਚ ਕੰਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਲਾਉਂਦੇ ਹੋ ਉਹਨਾਂ ਦੇ ਵਿੱਚ ਲੱਗਦੇ ਨੇ। ਸੋ ਇੱਥੇ ਵਾਹਿਗੁਰੂ ਨਿਰੰਕਾਰ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਜਿਹੜੇ ਤੈਨੂੰ ਪਿਆਰੇ ਲੱਗਦੇ ਨੇ ਉਹਨਾਂ ਦੇ ਕੋਲੋਂ ਹੀ ਤੁਸੀਂ ਵਾਜਿਆਂ ਦੇ ਨਾਲ ਆਪ ਜੀ ਦੀ ਕੀਰਤੀ ਕਰਵਾਉਂਦੇ ਹੋ। ਪਰ ਇੱਥੇ ਦੂਸਰੇ ਪਾਸੇ ਨੂੰ ਆਪਾਂ ਦੇਖਾਂਗੇ ਇਹ ਆ ਜਾਣਾ ਨਿਰੰਕਾਰ ਉਹੀ ਕੀਰਤੀ ਕੀਤੀ ਸਫਲ ਹੈ ਸੰਸਾਰ ਦੇ ਵਿੱਚ ਜਿਹੜੀ ਆਪ ਜੀ ਨੂੰ ਭਾ ਜਾਵੇ, ਆਪ ਜੀ ਨੂੰ ਪਿਆਰੀ ਲੱਗ ਜਾਵੇ। ਉਹੀ ਤੀਰਥ ਯਾਤਰਾ ਦੇ ਉੱਤੇ ਕੀਤੇ ਹੋਏ ਇਸ਼ਨਾਨ ਲਾਭਦਾਇਕ ਹਨ ਜਿਹੜੇ ਆਪ ਤੱਕ ਆਪ ਜੀ ਨੂੰ ਪ੍ਰਵਾਨ ਹੋ ਜਾਵਣ, ਆਪ ਦੇ ਦਰ ਤੇ ਪ੍ਰਵਾਨ ਹੋ ਜਾਵਣ। ਜਾਂ ਤੁਧ ਭਾਵੈ ਤਾਂ ਕਰੇ ਬਿਪੂਤਾ, ਸਿੰਘੀ ਨਾਦ ਵਜਾਵੈ। ਵਾਹਿਗੁਰੂ ਜੀ ਸਰੀਰ ਦੇ ਉੱਤੇ ਜੋਗੀਆਂ ਨੇ ਜਿਹੜੀ ਸਵਾਹ ਲਾਈ ਹੁੰਦੀ ਹੈ ਤੇ ਸਿੰਘੀ ਨਾਦ ਵਜਾਉਂਦੇ ਨੇ ਇੱਕ, ਕਹਿੰਦੇ ਉਹਦਾ ਵਜਾਉਣ ਦਾ ਫਾਇਦਾ ਤਾਂ ਹੀ ਹੈ, ਲਾਭ ਇਹੀ ਹੈ ਜੇ ਉਹ ਆਪ ਜੀ ਨੂੰ ਚੰਗੇ ਲੱਗ ਜਾਵਣ। ਜਾਂ ਤੁਧ ਭਾਵੈ ਤਾਂ ਪੜੇ ਕਤੇਬਾ, ਮੁੱਲਾ ਸੇਖ ਕਹਾਵੈ। ਜੇ ਆਪ ਜੀ ਨੂੰ ਹੀ ਪ੍ਰਵਾਨ ਹੋ ਜਾਵੇ ਜਿਹੜੇ ਜੀਵਾਂ ਦੇ ਉੱਤੇ ਆਪ ਦੀ ਕਿਰਪਾ ਹੁੰਦੀ ਹੈ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਹੀ ਪੜਿਆ ਇੱਥੇ ਵੇਦਾਂ ਕਤੇਬਾਂ ਦਾ ਪੜਿਆ ਸਫਲ ਹੈ ਜਿਨ੍ਹਾਂ ਦੇ ਉੱਤੇ ਆਪ ਜੀ ਦੀ ਰਹਿਮਤ ਹੋ ਜਾਂਦੀ ਹੈ। ਤੇ ਉਹੀ ਫਿਰ ਇਦੂ ਸੰਸਾਰ ਦੇ ਉੱਤੇ ਮੁੱਲੇ ਮੁਲਾਣੇ ਤੇ ਸ਼ੇਖ ਕਹਾਉਣ ਦੇ ਲਾਇਕ ਬਣ ਜਾਂਦੇ ਹਨ। ਪਰ ਉਹ ਜਿਹੜੇ ਸ਼ੇਖ ਤੇ ਮੁੱਲੇ ਕਹਾਉਂਦੇ ਨੇ ਆਪਣੇ ਆਪ ਨੂੰ ਕਾਜੀ ਕਹਾਉਂਦੇ ਨੇ ਉਹਨਾਂ ਦਾ ਪੜਿਆ ਸਫਲ ਤਾਂ ਹੀ ਹੈ ਕਿਤਾਬਾਂ ਦਾ ਜੇ ਵਾਹਿਗੁਰੂ ਨਿਰੰਕਾਰ ਜੀ ਆਪ ਜੀ ਨੂੰ ਉਹ ਆਪ ਜੀ ਤੱਕ ਪਹੁੰਚ ਜਾਣ, ਆਪ ਜੀ ਨੂੰ ਪ੍ਰਵਾਨ ਹੋ ਜਾਵਣ। ਜਾਂ ਤੁਧ ਭਾਵੈ ਤਾਂ ਹੋਵੈ ਰਾਜੇ, ਰਸ ਕਸ ਬਹੁਤ ਕਮਾਵੈ। ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਜਾਂ ਤੁਧ ਭਾਵੇ ਤਾਂ ਹੋਵੇ ਰਾਜੇ, ਜਿਹੜੇ ਜਿਨ੍ਹਾਂ ਦੇ ਉੱਤੇ ਆਪ ਜੀ ਦੀ ਕਿਰਪਾ ਹੁੰਦੀ ਹੈ ਉਹ ਇਦੂ ਸੰਸਾਰ ਦੇ ਉੱਤੇ ਰਾਜੇ ਬਣ ਜਾਂਦੇ ਨੇ। ਰਾਜੇ ਬਣ ਕੇ ਜਿਹੜੇ ਉਹ ਰਸਾਂ ਕਸਾਂ ਦੇ ਵਿੱਚ ਪਏ ਹੁੰਦੇ ਹਨ ਉਹਨਾਂ ਦਾ ਕਮਾਣਾ ਤਾਂ ਹੀ ਸਫਲ ਹੈ ਜੇ ਉਹ ਰਸ ਕਸ ਸੰਸਾਰ ਦੇ ਉੱਤੇ ਕੀਤੇ ਹੋਏ ਕਰਮ ਆਪ ਜੀ ਤੱਕ ਉਸ ਜੀਵ ਨੂੰ ਪਹੁੰਚਾ ਦੇਵਣ, ਉਹ ਜੀਵ ਆਪ ਜੀ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਵੇ। ਜਾਂ ਤੁਧ ਭਾਵੈ ਤੇਗ ਵਗਾਵੈ, ਸਿਰ ਮੁੰਡੀ ਕਟ ਜਾਵੈ। ਵਾਹਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹੀ ਇੱਥੇ ਸੰਸਾਰ ਦੇ ਉੱਤੇ ਜੀਵ ਸੋਭਾ ਪਾਉਂਦੇ ਨੇ, ਸ਼ੋਭਨੀਕ ਬਣਦੇ ਨੇ ਜਿਹੜੇ ਉਹ ਤੇਗ, ਇੱਥੇ ਤੇਗ ਹੈ ਗੁਰਬਾਣੀ ਦੀ ਤਲਵਾਰ, ਸ਼ਬਦ ਦੀ ਤਲਵਾਰ ਦੇ ਨਾਲ ਹਉਮੈ ਦੇ ਸਿਰ ਨੂੰ ਕਟਾ ਦੇਣਾ, ਹੰਕਾਰੀ ਸਿਰ ਨੂੰ ਕਟਾ ਦੇਣਾ। ਉਹ ਜਿਹੜੇ ਜੀਵਾਂ ਨੇ ਸੰਸਾਰ ਦੇ ਉੱਤੇ ਰਹਿੰਦਾ ਹੋਇਆ ਨੇ ਇਹ ਹੰਕਾਰ ਰੂਪੀ ਜਿਹੜਾ ਸਿਰ ਹੈ, ਹਉਮੈ ਰੂਪੀ ਸਿਰ ਹੈ ਉਹਨੂੰ ਕਟਾ ਦੇਣਾ, ਉਸ ਨੂੰ ਖਤਮ ਕਰ ਦੇਣਾ। ਮੈਂ ਮੇਰੀ ਹੰਤਾ ਮਮਤਾ ਖਤਮ ਕਰ ਦੇਣੀ। ਉਹ ਕਰਨ ਦਾ ਫਾਇਦਾ ਤਾਂ ਹੀ ਹੈ ਜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜੀਵ ਪ੍ਰਵਾਨ ਹੋ ਜਾਵੇ। ਜਾਂ ਤੁਧ ਭਾਵੇਂ ਜਾਹੇ ਦਿਸੰਤਰ, ਸੁਣ ਗੱਲਾਂ ਕਰ ਆਵੈ। ਵਾਹਿਗੁਰੂ ਜੀ ਜਿਨ੍ਹਾਂ ਦੇ ਉੱਤੇ ਆਪ ਕਿਰਪਾ ਕਰਦੇ ਹੋ ਜਿਹੜੇ ਆਪ ਜੀ ਨੂੰ ਪਿਆਰੇ ਲੱਗ ਜਾਂਦੇ ਨੇ ਉਹੀ ਦਸਾਂ ਦਿਸੰਤਰਾਂ ਦੇ ਵਿੱਚ ਦੇਸਾਂ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਉੱਥੇ ਅਨੇਕਾਂ ਤਰ੍ਹਾਂ ਦੀਆਂ ਭਾਸ਼ਾ ਅਨੇਕਾਂ ਤਰ੍ਹਾਂ ਦਾ ਗਿਆਨ ਲਿਆਉਂਦੇ ਨੇ। ਉਹ ਗਿਆਨ ਫਿਰ ਲਿਆ ਕੇ ਲੋਕਾਂ ਨੂੰ ਸੁਣਾਉਂਦੇ ਨੇ।
ਪਰ ਇੱਥੇ ਇਹ ਵੀ ਹੈ ਵੀ ਜਿਹੜੇ ਲੋਕ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਗਿਆਨ ਇਕੱਠਾ ਕਰ ਕਰਕੇ ਦੂਸਰਿਆਂ ਨੂੰ ਸੁਣਾਉਂਦੇ ਨੇ, ਉਹ ਗਿਆਨ ਸੁਣਾਉਣਾ ਤਾਂ ਹੀ ਫਾਇਦੇਮੰਦ ਹੈ ਜੇ ਵਾਹਿਗੁਰੂ ਨਿਰੰਕਾਰ ਜੀ ਨੂੰ ਪ੍ਰਵਾਨ ਹੋ ਜਾਵੇ। ਜਾਂ ਤੁਧ ਪਾਵੈ ਨਾਇ ਰਚਾਵੈ, ਤੁਧ ਪਾਣੇ ਤੂੰ ਪਾਵੈ। ਜਿਨ੍ਹਾਂ ਦੇ ਉੱਤੇ ਆਪ ਜੀ ਦੀ ਕਿਰਪਾ ਹੁੰਦੀ ਹੈ ਜਾਂ ਜਿਹੜੇ ਨਾਮ ਦੇ ਵਿੱਚ ਰੰਗੇ ਹੁੰਦੇ ਨੇ, ਉਹ ਨਾਮ ਜਪਣਾ ਵੀ ਤਾਂ ਹੀ ਪ੍ਰਵਾਨ ਹੈ, ਤਾਂ ਹੀ ਸਫਲ ਹੈ ਜੇ ਆਪ ਜੀ ਨੂੰ ਭਾ ਜਾਵਣ, ਆਪ ਜੀ ਨੂੰ ਪਿਆਰੇ ਲੱਗ ਜਾਵਣ ਨਿਰੰਕਾਰ ਸੱਚੇ ਪਾਤਸ਼ਾਹ ਜੀ। ਤੇ ਜਿਹੜੇ ਕਹਿੰਦੇ ਨੇ ਅਸੀਂ ਭਾਣੇ ਦੇ ਵਿੱਚ ਰਹਿੰਦੇ ਹਾਂ, ਉਹ ਭਾਣੇ ਦੇ ਵਿੱਚ ਰਹਿਣਾ ਵੀ ਤਾਂ ਹੀ ਪ੍ਰਵਾਨ ਹੈ ਜੇ ਨਿਰੰਕਾਰ ਵਾਹਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਉੱਤੇ ਉਹ ਜੀਵ ਪ੍ਰਵਾਨ ਹੋ ਜਾਵੇ, ਵਡਿਆਈਆਂ ਦੇ ਪਾਤਰ ਬਣ ਜਾਵਣ। ਨਾਨਕ ਏਕ ਕਹੈ ਬੇਨੰਤੀ, ਹੋਰ ਸਗਲੇ ਕੂੜ ਕਮਾਵੈ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਇੱਕੋ ਹੀ ਗੱਲ ਸਾਰੇ ਸੰਸਾਰ ਨੂੰ ਕਹਿੰਦਾ ਹਾਂ ਕਿ ਤੁਸੀਂ ਸਾਰੇ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਆ ਜਾਵੋ। ਭਾਣਾ ਹੁੰਦਾ ਹੁਕਮ, ਉਹਦੀ ਰਜ਼ਾ, ਉਹਦੇ ਹੁਕਮ ਦੇ ਵਿੱਚ ਆ ਜਾਓ, ਉਹਦੀ ਰਜ਼ਾ ਦੇ ਵਿੱਚ ਆ ਜਾਵੋ। ਜਿਸ ਤਰ੍ਹਾਂ ਨਿਰੰਕਾਰ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਹੀ ਉਹ ਆਪ ਜੀ ਨੂੰ ਤੋਰੇਗਾ, ਤੇ ਜਿਹਦੇ ਕਾਰਨ ਕਰਕੇ ਤੁਹਾਡਾ ਸੰਸਾਰ ਦੇ ਉੱਤੇ ਆਇਆ ਸਫਲ ਹੋਵੇਗਾ। ਨਹੀਂ ਤਾਂ ਭਾਈ ਬਾਕੀ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਇੱਥੇ ਕਾਰਨ ਕੀਤੇ ਹੁੰਦੇ ਨੇ, ਉਹ ਤੇ ਸਾਰੇ ਝੂਠ ਦੇ ਬਰੋਬਰ ਹੀ ਹੁੰਦੇ ਹਨ। ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ, ਚੰਗੇ ਚੰਗਾ ਹੋਈ। ਇਹ ਵਾਹਿਗੁਰੂ ਨਿਰੰਕਾਰ ਜੀ ਤੁਸੀਂ ਸਭ ਤੋਂ ਵੱਡੇ ਹੋ, ਉੱਚੇ ਸੁੱਚੇ ਹੋ। ਸਾਰੀਆਂ ਆਪ ਜੀ ਦੀਆਂ ਵਡਿਆਈਆਂ ਵੀ ਜਿਹੜੀਆਂ ਹਨ ਉਹ ਵੀ ਉੱਚੀਆਂ ਸੁੱਚੀਆਂ ਹਨ। ਸਤਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹ ਚੰਗੇ ਚੰਗਾ ਹੋਈ, ਜਿਨ੍ਹਾਂ ਦੇ ਉੱਤੇ ਆਪ ਕਿਰਪਾ ਕਰ ਦਿੰਦੇ ਹੋ। ਉਹਨਾਂ ਦੇ ਜਿਨ੍ਹਾਂ ਨੂੰ ਇਸ ਦਾ ਗਿਆਨ ਹੋ ਜਾਂਦਾ ਕਿ ਆਪ ਵੱਡੇ ਹੋ, ਆਪਦੀਆਂ ਵਡਿਆਈਆਂ ਵੀ ਚੰਗੀਆਂ ਨੇ, ਉੱਚੀਆਂ ਨੇ, ਸੁੱਚੀਆਂ ਨੇ, ਉਹ ਵਡਿਆਈਆਂ ਦੇ ਵਿੱਚ ਰੰਗੇ ਜਾਂਦੇ ਨੇ। ਉਹ ਵੀ ਜੀਵ ਇਦੋਂ ਸੰਸਾਰ ਦੇ ਉੱਤੇ ਚੰਗੇ ਬਣ ਜਾਂਦੇ ਹਨ। ਤੇ ਨਾਲ ਇਹ ਵੀ ਕਹਿੰਦੇ ਨੇ ਵੀ ਆਪ ਵੱਡੇ ਹੋ, ਆਪਦੀਆਂ ਵਡਿਆਈਆਂ ਵੀ ਵੱਡੀਆਂ ਨੇ, ਜੋ ਕੁਛ ਕਰ ਰਹੇ ਹੋ ਸਾਰਾ ਚੰਗਾ ਹੀ ਸੰਸਾਰ ਤੇ ਹੁੰਦਾ ਹੈ। ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਏ ਨ ਕੋਈ। ਤੁਸੀਂ ਅਕਾਲ ਪੁਰਖ ਜੀ ਸੱਚੇ ਹੋ ਤੇ ਆਪ ਜੀ ਦਾ ਸਾਰੇ ਕਰਮ ਜੋ ਆਪ ਕਰ ਰਹੇ ਉਹ ਵੀ ਸਾਰੇ ਸੱਚੇ ਨੇ। ਜਿਨ੍ਹਾਂ ਦੇ ਉੱਤੇ ਆਪ ਇਹ ਕਿਰਪਾ ਕਰਕੇ ਇਹ ਗਿਆਨ ਦੇ ਦਿੰਦੇ ਹੋ, ਉਹ ਆਪ ਜੀ ਦੀ ਕੁਦਰਤ ਦੇ ਵਿੱਚ ਵੀ ਫਿਰ ਆਪ ਜੀ ਦੇ ਹੀ ਦਰਸ਼ਨ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਕੋਈ ਝੂਠਾ ਨਹੀਂ ਦਿਸਦਾ ਸੰਸਾਰ ਤੇ। ਆਖਣ ਵੇਖਣ ਬੋਲਣ ਚੱਲਣ, ਜੀਵਨ ਮਰਣਾ ਤਾਤ। ਬੋਲਣਾ ਆਖਣਾ ਤੇ ਜੋ ਕੁਛ ਹੈ ਆਖਣ ਦੇ ਨਾਲ ਹੁੰਦਾ, ਜਿਹੜੇ ਬਚਨ ਆਪਾਂ ਕਰਨੇ, ਵੇਖਣੇ ਅੱਖਾਂ ਦੇ ਨਾਲ ਜੁੜਨੇ ਤੇ ਜੀਭਾਂ ਦੇ ਨਾਲ ਜੋ ਬੋਲਣਾ, ਪੈਰਾਂ ਦੇ ਨਾਲ ਆਪਾਂ ਜੋ ਚੱਲਣਾ ਹੈ। ਤੇ ਕਹਿੰਦੇ ਜੀਵਨ ਤੇ ਮਰਨਾ, ਸੰਸਾਰ ਤੇ ਆਉਣਾ, ਸੰਸਾਰ ਤੋਂ ਜਾਣਾ, ਇਹ ਸਭ ਜਿੰਨੇ ਵੀ ਖੇਡ ਨੇ ਇਹ ਅਕਾਲ ਪੁਰਖ ਆਪ ਜੀ ਦੀ ਰਚੀ ਹੋਈ ਇੱਕ ਮਹਿਮਾ ਹੈ। ਇਹ ਆਪ ਜੀ ਦੀ ਹੀ ਮਾਇਆ ਰਚੀ ਹੋਈ ਆ। ਇਹ ਸਾਰੇ ਮਾਇਆ ਦੇ ਰੂਪ ਨੇ, ਸਾਰੇ ਆਪ ਜੀ ਦੇ ਹੁਕਮ ਦੇ ਵਿੱਚ ਹੀ ਹੋ ਰਹੇ ਹਨ। ਹੁਕਮ ਸਾਜ ਹੁਕਮੇ ਵਿੱਚ ਰੱਖੈ, ਨਾਨਕ ਸੱਚਾ ਆਪ। ਆਪ ਸੰਸਾਰ ਨੂੰ ਇਹ ਤਿੰਨਾਂ ਭਵਨਾਂ ਨੂੰ ਆਪਣੇ ਹੁਕਮ ਦੇ ਵਿੱਚ, ਤੁਹਾਡੇ ਹੁਕਮ ਦੇ ਨਾਲ ਹੀ ਇਹ ਬਣੇ ਨੇ, ਸਾਰੇ ਤੁਹਾਡੇ ਹੁਕਮ ਦੇ ਵਿੱਚ ਹੀ ਰਹਿ ਰਹੇ ਨੇ ਵਾਹਿਗੁਰੂ ਜੀਓ। ਕਿਉਂਕਿ ਆਪ ਅਕਾਲ ਪੁਰਖ ਜੀ ਸੱਚੇ ਹੋ, ਆਪ ਹੀ ਸਾਜਣ ਵਾਲੇ ਹੋ ਤੇ ਆਪ ਹੀ ਹੁਕਮ ਵਰਤਾਉਣ ਵਾਲੇ ਹੋ। ਪੌੜੀ ਸਤਿਗੁਰ ਸੇਵ ਨਿਸੰਗ, ਪਰਮ ਚੁਕਾਈ ਹੈ। ਇਸ ਕਾਰਨ ਕਰਕੇ ਜਿੱਥੇ ਹਰ ਜਗ੍ਹਾ ਦੇ ਉੱਤੇ ਆਪ ਜੀ ਦਾ ਹੁਕਮ ਤੇ ਆਪ ਜੀ ਦੀ ਹੀ ਕਿਰਪਾ ਵਰਤ ਰਹੀ ਹੈ ਸਤਿਗੁਰ ਜੀ, ਤੇ ਵੀ ਸੰਸਾਰ ਨੂੰ ਨਿਰੰਕਾਰ ਜੀ ਗਿਆਨ ਦਿੰਦੇ ਨੇ। ਕਹਿੰਦੇ ਦੇਖੋ ਭਾਈ, ਸਤਿਗੁਰ ਦੀ ਸੇਵਾ ਕਰੋ ਨਿਸੰਗ ਹੋ ਕੇ, ਸ਼ਰਮ ਹਯਾ ਲਾ ਕੇ, ਭਰਮਾਂ ਨੂੰ ਦੂਰ ਕਰਕੇ, ਵਿਕਾਰਾਂ ਨੂੰ ਦੂਰ ਕਰਕੇ ਸਤਿਗੁਰ ਦੀ ਸੇਵਾ ਕਰੋ ਤੇ ਭਰਮਾਂ ਨੂੰ ਚੁਕਾ ਕੇ ਖਤਮ ਕਰਕੇ। ਸਤਿਗੁਰ ਆਖੇ ਕਾਰ ਸੋ ਕਾਰ ਕਮਾਈਐ। ਜੋ ਨਿਰੰਕਾਰ ਵਾਹਿਗੁਰੂ ਜੀ ਨੂੰ ਕਾਰ ਚੰਗੀ ਲੱਗਦੀ ਹੈ, ਸਤਿਗੁਰ ਵਾਹਿਗੁਰੂ ਦਾ ਜਿਹੜਾ ਕੰਮ ਉਹ ਜਿਹੜੇ ਜੀਵ ਤੋਂ ਕਰਾਉਂਦੇ ਨੇ ਉਹੀ ਵੈਸੇ ਹੁੰਦਾ ਹੈ। ਸਤਿਗੁਰ ਜੀ ਜਿਹੜੀ ਸਭ ਤੋਂ ਪਹਿਲੀ ਕਾਰ ਕੀ ਕਹਿੰਦੇ ਨੇ, ਭਾਈ ਅੰਮ੍ਰਿਤ ਵੇਲੇ ਉੱਠ, ਨਾਮ ਜਪ, ਆਲਸ ਨਾ ਕਰ, ਇਸ ਨੂੰ ਤਿਆਗ ਦੇ, ਸੇਵਾ ਦੇ ਵਿੱਚ ਲੱਗ। ਇਹ ਨਿਰੰਕਾਰ ਵਾਹਿਗੁਰੂ ਜੀ ਦੇ ਦਰ ਤੇ ਕਾਰ ਜਿਹੜੀ ਹੈ, ਇਹ ਕਰਮ ਜਿਹੜੇ ਪ੍ਰਵਾਨ ਹੁੰਦੇ ਨੇ। ਸੋ ਇਸ ਕਰਕੇ ਸੰਸਾਰ ਦੇ ਜੀਵ ਤੋਂ ਇਸੇ ਕੰਮਾਂ ਨੂੰ ਹੀ ਕਮਾਉਣਾ, ਕਰਮਾਂ ਨੂੰ ਕਮਾਉਣਾ ਸ਼ੁਰੂ ਕਰ। ਸਤਿਗੁਰ ਹੋਏ ਦਇਆਲ ਤਾਂ ਨਾਮ ਤੇ ਆਈਐ। ਜਿਹਦੇ ਉੱਤੇ ਵਾਹਿਗੁਰੂ ਨਿਰੰਕਾਰ ਜੀ ਦਿਆਲ ਹੋ ਜਾਂਦੇ ਨੇ, ਕਿਰਪਾਲੂ ਦਿਆਲੂ ਜੀ ਮਿਹਰ ਕਰਦੇ ਨੇ, ਉਹੀ ਭਾਈ ਇਹ ਸੰਸਾਰ ਤੇ ਨਾਮ ਤੇ ਆਉਂਦਾ ਹੈ। ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ। ਨਿਰੰਕਾਰ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਜਿਹੜੇ ਜੀਵ ਨੇ ਉਹ ਸ੍ਰੇਸ਼ਟ ਉੱਚੀ ਮੱਤ ਵਾਲੇ ਬਣ ਜਾਂਦੇ ਨੇ, ਉਹ ਗੁਰਮੁਖ ਬਣ ਜਾਂਦੇ ਨੇ।
ਉਹ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਗੁਰੂ ਦੀ ਕਿਰਪਾ ਦੇ ਨਾਲ ਨਿਰੰਕਾਰ ਦੇ ਵਿੱਚ ਭੇਦ ਹੋ ਜਾਂਦੇ ਨੇ। ਗੁਰਮੁਖ ਭਾਈ ਹੈ, ਉਹ ਗੁਰਮੁਖ ਨਾਂ ਨੂੰ ਜਿਹੜਾ ਕੀਤਾ ਹੋਇਆ ਇੱਥੇ ਸੰਸਾਰ ਦੇ ਉੱਤੇ ਉਹਨੇ ਜਪ ਤਪ ਹੈ, ਉਹਦਾ ਬਹੁਤ ਉੱਚਾ ਤੇ ਸੁੱਚਾ ਬੇਅੰਤ ਲਾਭ ਨਿਰੰਕਾਰ ਵਾਹਿਗੁਰੂ ਜੀ ਦਿੰਦੇ ਹਨ। ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ। ਜਿਹੜੇ ਜੀਵ ਪ੍ਰਮਾਤਮਾ ਦੇ ਨਾਲੋਂ ਵਿਛੜੇ ਹੋਏ ਨੇ, ਟੁੱਟੇ ਹੋਏ ਨੇ ਭਾਈ, ਉਹ ਇਹਨੂੰ ਸੰਸਾਰ ਦੇ ਉੱਤੇ ਕੂੜ ਕਹਿੰਦੇ ਨੇ, ਹੰਕਾਰ ਨੂੰ ਵੀ, ਲੋਭ ਨੂੰ ਵੀ, ਔਰ ਜਿਹੜੀ ਤ੍ਰਿਸ਼ਨਾ ਆਸਾ ਤ੍ਰਿਸ਼ਨਾ ਹੈ ਉਹਦੇ ਜਿਹੜੇ ਅੰਦਰ ਚਿੰਤਾ ਦੇ ਰੋਗ ਲੱਗੇ ਹੁੰਦੇ ਨੇ, ਤੇ ਕੂੜ ਝੂਠੀ ਚੀਜ਼ ਨੂੰ ਆਖਿਆ ਹੈ। ਕਹਿੰਦੇ ਮਨਮੁਖ ਇਦੂ ਸੰਸਾਰ ਦੇ ਉੱਤੇ ਝੂਠੇ ਵਣਜ ਕਰ ਰਹੇ ਨੇ। ਝੂਠ ਦਾ ਜਿਹੜਾ ਇੱਥੇ ਬਹੁਤ ਹਨੇਰਾ ਘੁੱਪ ਹਨੇਰਾ ਹੋਇਆ ਹੈ, ਉਹਦੇ ਵਿੱਚ ਫਸ ਕੇ ਇੱਥੋਂ ਕਿ ਮਾਇਆ ਦੇ ਬੰਧਨਾਂ ਦੇ ਵਿੱਚ ਫਸ ਕੇ ਹੀ ਕਾਰ ਕਮਾਉਂਦੇ ਨੇ। ਕੂੜ ਦੀ ਕਾਰ, ਝੂਠੀ ਕਾਰ ਹੀ ਕਮਾਉਂਦੇ ਹਨ। ਸੱਚੇ ਦੇ ਦਰ ਜਾਏ ਸੱਚ ਚਵਾਈ ਹੈ। ਦੱਸੋ ਕਹਿੰਦੇ ਕਿ ਨਿਰੰਕਾਰ ਵਾਹਿਗੁਰੂ ਜੀ ਦੇ ਸੱਚੇ ਦਰ ਦੇ ਵਿੱਚ ਜੇ ਭਾਈ ਜਾਣਾ ਤਾਂ ਇੱਥੇ ਸੱਚ ਹੀ, ਉਹ ਅਕਾਲ ਪੁਰਖ ਸੱਚੇ ਪ੍ਰਮਾਤਮਾ ਕਰਤੇ ਦੇ ਨਾਮ ਦੇ ਨਾਲ ਹੀ ਉਹਦੀ ਵਡਿਆਈ ਕਰੋ, ਤਾਂ ਹੀ ਆਪਾਂ ਸੱਚੇ ਮਹਲ ਦੇ ਵਿੱਚ ਪਹੁੰਚ ਸਕਾਂਗੇ। ਸੱਚੇ ਅੰਦਰ ਮਹਲ ਸੱਚ ਬੁਲਾਈਐ। ਸੱਚੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਸੱਚਾ ਨਾਮ ਜਪਣ ਦੇ ਨਾਲ ਨਿਰੰਕਾਰ ਆਦਰ ਮਾਣ ਦਿੰਦੇ ਨੇ, ਆਪਣੇ ਸਰੂਪ ਦੇ ਵਿੱਚ ਉਸ ਜੀਵ ਨੂੰ ਅਭੇਦ ਕਰ ਲੈਂਦੇ ਹਨ। ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਨਿਰੰਕਾਰ ਜੀ ਕਹਿੰਦੇ ਨੇ ਜਿਹੜੇ ਜੀਵ ਇੱਥੇ ਸੱਚ ਨਾਮ ਦਾ, ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਨੇ, ਸਦਾ ਸਚਿਆਰ ਹੋ ਕੇ, ਸੁਚੇਤ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ, ਉਹ ਅੰਤ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਿਜ ਘਰ ਦੇ ਵਿੱਚ ਜਾ ਕੇ ਸਮਾ ਜਾਂਦੇ ਹਨ। ਸ਼ਲੋਕ ਮਹਲਾ ਪਹਿਲਾ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ। ਜਦੋਂ ਨਿਰੰਕਾਰ ਵਾਹਿਗੁਰੂ ਜੀ ਸਿੱਧਾ ਦੇ ਕੋਲ ਬੈਠੇ ਸਨ, ਸਿੱਧਾ ਨੇ ਪੁੱਛਿਆ ਵੀ ਸਾਨੂੰ ਸੰਸਾਰ ਬਾਰੇ ਵੀ ਗਿਆਨ ਦੇਵੋ। ਸਤਿਗੁਰਾਂ ਨੇ ਪਹਿਲਾਂ ਇਹਨਾਂ ਨੂੰ ਝਾੜਾਂ ਵੀ ਪਾਈਆਂ ਸਨ, ਆਖਣ ਲੱਗੇ ਤੁਸੀਂ ਜਿਹੜੇ ਸਿੱਧ, ਤੁਸੀਂ ਨਿਧੀਆਂ ਸਿੱਧੀਆਂ ਹਾਸਲ ਕਰ ਲਈਆਂ, ਭਗਤੀ ਦੇ ਮਾਰਗ ਦੇ ਉੱਤੇ ਤੁਸੀਂ ਤਰ ਪਏ, ਭਾਵੇਂ ਤੁਸੀਂ ਹੰਕਾਰੀ ਹੀ ਹੋ, ਪ੍ਰਾਪਤੀ ਤਾਂ ਤੁਹਾਨੂੰ ਕੁਝ ਨਹੀਂ ਹੋਈ, ਪਰ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਦੇ ਨਾਲ ਤੁਸੀਂ ਬਹੁਤ ਵਿਸ਼ੇ ਵਿਕਾਰਾਂ ਦੇ ਵਿੱਚ, ਮੋਹ ਮਾਇਆ ਦੇ ਵਿੱਚ ਫਸ ਗਏ। ਤੁਹਾਡਾ ਕੰਮ ਸੀ ਸੰਸਾਰ ਨੂੰ ਹਨੇਰੇ ਦੇ ਵਿੱਚੋਂ ਕੱਢਣਾ, ਪਰ ਤੁਸੀਂ ਤਾਂ ਖੁਦ ਜਾ ਕੇ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਲੁਕ ਗਏ, ਪਹਾੜਾਂ ਦੀਆਂ ਚੋਟੀਆਂ ਤੇ ਬਹਿ ਗਏ। ਹੁਣ ਤੁਸੀਂ ਕੌਣ ਹੁੰਦੇ ਸੰਸਾਰ ਬਾਰੇ ਪੁੱਛਣ ਵਾਲੇ? ਫਿਰ ਜਿਸ ਨੇ ਸਿੱਧਾ ਨੇ ਬੇਨਤੀ ਕੀਤੀ ਨਿਰੰਕਾਰ ਸਾਡੇ ਤੇ ਕਿਰਪਾ ਕਰੋ, ਤੇ ਨਿਰੰਕਾਰ ਕਹਿੰਦੇ ਨੇ ਵੀ ਸੰਸਾਰ ਦਾ ਮੈਂ ਤੁਹਾਨੂੰ ਅਸਲੀ ਰੂਪ ਦਿਖਾ ਦੇਣਾ। ਕਹਿੰਦੇ ਕਲਯੁੱਗ ਦੇ ਵਿੱਚ ਜਿਹੜੇ ਰਾਜੇ ਨੇ ਉਹ ਕਸਾਈ ਰੂਪੀ ਬਣ ਚੁੱਕੇ ਨੇ। ਕਹਿੰਦੇ ਉਹ ਰਾਜ ਭਾਗ ਅਨਿਆਂ ਦਾ ਚਲਾ ਰਿਹਾ, ਧਰਮੀ ਰਾਜੇ ਕੋਈ ਨਹੀਂ ਦਿਸਣ ਦੇ ਵਿੱਚ ਆ ਰਿਹਾ। ਜਿਹੜੀ ਉੱਥੇ ਦੀ ਪਰਜਾ ਹੈ, ਉਸ ਪਰਜਾ ਦੇ ਉੱਤੇ ਹਰ ਵੇਲੇ ਉਹਨਾਂ ਨੇ ਉਹ ਕੋਈ ਛੁਰੀ ਰੱਖੀ ਹੋਈ ਹੈ, ਉਹ ਪਰਜਾ ਤਰਾ ਕੰਬਦੀ ਰਹਿੰਦੀ ਹੈ। ਜਿੱਦਾਂ ਕਸਾਈ ਨੇ ਜਿਹੜੇ ਵੀ ਜੀਵ ਨੂੰ ਉਸਨੇ ਮਾਰਨਾ ਹੁੰਦਾ, ਉਹਦੇ ਗਲੇ ਦੇ ਲਾਗੇ ਉਹ ਜਿਸਲੇ ਛੁਰੀ ਕਰਦਾ, ਉਹ ਤੇ ਉਹ ਵਿਚਾਰਾ ਜਿਹੜਾ ਜਾਨਵਰ ਹੈ ਉਸ ਨੂੰ ਗਿਆਨ ਹੁੰਦਾ ਹੈ, ਭਾਵੇਂ ਬੋਲ ਨਹੀਂ ਸਕਦਾ, ਪਰ ਉਹ ਵਿਚਾਰਾ ਤੜਫਦਾ ਹੈ। ਇਹ ਆਖਣ ਲੱਗੇ, ਕਹਿੰਦੇ ਅੱਜ ਦੇ ਜਿਹੜੇ ਪਰਜਾਪਤ ਨੇ, ਜਿਹੜੇ ਆਪਣੇ ਆਪ ਨੂੰ ਰਾਜੇ, ਚਾਹੇ ਉਹ CM ਨੇ, ਚਾਹੇ PM ਨੇ, ਚਾਹੇ ਉਹ ਹੋਰ ਕਿਸੇ ਰੂਪ ਦੇ ਵਿੱਚ ਨੇ, ਕਹਿੰਦੇ ਉਹ ਸਾਰੇ ਕਸਾਈ ਰੂਪੀ ਬਣੇ ਹੋਏ ਨੇ। ਉਹਨਾਂ ਨੇ ਹੱਥ ਦੇ ਵਿੱਚ ਐਸੀ ਇੱਕ ਛੁਰੀ ਫੜੀ ਹੋਈ ਆ ਕਿ ਸਾਰੇ ਸੰਸਾਰ ਦੇ ਉੱਤੇ ਜਿਹੜੇ ਭਾਲੇ ਭੋਲੇ ਜੀਵ ਨੇ ਉਹ ਸਾਰੇ ਹੀ ਡਰ ਰਹੇ ਨੇ। ਤੇ ਜਿਹੜਾ ਕਹਿੰਦੇ ਧਰਮ ਹੈ, ਜਿਸ ਧਰਮ ਦੇ ਅਧੀਨ ਹੋ ਕੇ ਉਹਨੇ ਰਾਜਿਆਂ ਨੇ ਰਾਜ ਕਮਾਉਣਾ ਸੀ, ਉਹ ਧਰਮ ਇਥੋਂ ਖੰਭ ਲਾ ਕੇ ਉੜ ਚੁੱਕਿਆ ਹੈ ਕਲਯੁੱਗ ਦੇ ਵਿੱਚ। ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ। ਕਹਿੰਦੇ ਇਹ ਸੰਸਾਰ ਦੇ ਉੱਤੇ ਤਾਂ ਇੰਨੀ ਧੁੰਦ ਪੈ ਗਈ ਹੈ ਜ਼ੁਲਮ ਦੀ, ਪਾਪਾਂ ਦੀ, ਕਿ ਕੂੜ ਝੂਠ ਦੀ ਤੇ ਮੋਹ ਮਾਇਆ ਦੀ, ਕਹਿੰਦੇ ਏਡੀ ਤਗੜੀ ਹਨੇਰਾ ਛਾ ਗਿਆ ਹੈ, ਧੁੰਦ ਪੈ ਗਈ ਹੈ, ਕੁਛ ਨਹੀਂ ਦਿਸਦਾ। ਇਦੂ ਰੂਪ ਦੇ ਵਿੱਚ ਦੱਸਦਾ ਜਿੱਦਾਂ ਮੱਸਿਆ ਦੀ ਰਾਤ ਹੁੰਦੀ ਹੈ। ਇਸ ਕਾਰਨ ਕਰਕੇ ਕੋਈ ਵੀ ਨਹੀਂ ਦਿਸਣ ਡਿਆ ਜਗ੍ਹਾ ਦੇ ਉੱਤੇ ਜਿਹੜਾ ਕਿ ਸਾਨੂੰ ਇਸ ਰੋਸ਼ਨੀ ਦੇਵੇ ਔਰ ਇਸ ਧੁੰਦ ਦੇ ਵਿੱਚੋਂ ਦੂਰ ਕੱਢ ਲਵੇ। ਕਹਿੰਦੇ ਕੋਈ ਦਿਸੇ ਨਹੀਂ ਕਹਿ ਚੜਿਆ, ਕੋਈ ਵੀ ਚੰਦਰਮਾ ਰੂਪੀ ਜੀਵ ਧਰਮੀ ਅਜੇ ਇਦੂ ਕਲਯੁੱਗ ਦੇ ਵਿੱਚ ਨਹੀਂ ਦਿਸਣ ਡਿਆ। ਹਉ ਪਾਲ ਵੀ ਕੁੰਨੀ ਹੋਈ ਅੰਧੇਰੇ ਰਹੋ ਨ ਕੋਈ। ਇਸ ਤਰ੍ਹਾਂ ਕਹਿੰਦੇ ਮੈਂ ਭਾਲਦੇ ਥੱਕ ਗਈ ਹਾਂ,
ਕਹਿੰਦੇ ਵਿਕੁੰਨੀ ਹੋਈ, ਵਿਕੁੰਨੀ ਹੁੰਦੀ ਇਹਦਾ ਮਤਲਬ ਵਿਆਕਲ ਹੋ ਗਈ, ਵਿਆਕਲ ਕੇ ਉਹ ਵੀ ਕਹਿੰਦੇ ਥੱਕ ਗਈ, ਪਾਗਲ ਹੋ ਗਈ। ਕਹਿੰਦੇ ਪਰ ਹਨੇਰੇ ਦੇ ਵਿੱਚ ਕੋਈ ਰਸਤਾ ਦੱਸਣ ਵਾਲਾ ਮੈਨੂੰ ਕੋਈ ਨਹੀਂ ਲੱਭਿਆ। ਵਿੱਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਨ ਬਿਦਗਤ ਹੋਈ। ਨਿਰੰਕਾਰ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਜਿਹੜੀ ਆ ਹਉਮੈ ਦੇ ਹਨੇਰੇ ਦੇ ਵਿੱਚ, ਅਗਿਆਨਤਾ ਦੇ ਹਨੇਰੇ ਦੇ ਵਿੱਚ ਬਸ ਲੱਗੀ ਹੋਈ ਆ, ਦੁੱਖ ਪਾਈ ਰਹੀ ਆ, ਰੋਈ ਜਾਂਦੀ, ਪਿੱਟੀ ਜਾਂਦੀ ਆ। ਕਹੋ ਨਾਨਕ ਕਿਨ ਬਿਦਗਤ ਹੋਈ। ਕਹਿੰਦੇ ਇਸੇ ਤਰ੍ਹਾਂ ਉਹ ਰੋਈ ਜਾਂਦੇ, ਪਿੱਟੀ ਜਾਂਦੇ ਨੇ। ਨਾਲ ਹੀ ਸਿੱਧਾ ਨੇ ਜਿਸ ਨੇ ਪੁੱਛਿਆ ਵੀ ਦੱਸੋ ਹੁਣ ਇਹਦੇ ਵਿੱਚੋਂ ਕਿਸ ਤਰ੍ਹਾਂ ਵੀ ਨਿਕਲ ਸਕਦੇ ਆ, ਤੇ ਨਿਰੰਕਾਰ ਜੀ ਨੇ ਉਹੀ ਵਚਨ ਇੱਥੇ ਰੱਖ ਦਿੱਤਾ, ਕਹੋ ਨਾਨਕ ਕਿਨ ਬਿਦ ਹੋਈ। ਨਿਰੰਕਾਰ ਜੀ ਦੇ ਕੋਲੋਂ ਸਿੱਧ ਪੁੱਛਦੇ ਨੇ ਵੀ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਦੱਸੋ ਵੀ ਇਸ ਹਨੇਰੇ ਦੇ ਵਿੱਚੋਂ ਕਿਸ ਤਰ੍ਹਾਂ ਨਿਕਲਿਆ ਜਾ ਸਕਦਾ ਹੈ। ਮਹਿਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ। ਨਿਰੰਕਾਰ ਸੱਚੇ ਪਾਤਸ਼ਾਹ ਨੇ ਸਿੱਧਾ ਦਾ ਜਿਹੜਾ ਸਵਾਲ ਸੀ ਉਸ ਦਾ ਜਵਾਬ ਤੀਜੇ ਜਾਮੇ ਦੇ ਵਿੱਚ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚ ਜਾ ਕੇ ਉਹਨਾਂ ਨੇ ਇਹਦਾ ਜਵਾਬ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਇਸ ਬਾਣੀ ਨੂੰ ਜਿਸ ਰੂਪ ਦੇ ਵਿੱਚ ਉਚਾਰਨਾ ਕੀਤਾ, ਇਸ ਜਿਹੜਾ ਸਵਾਲ ਸੀ ਉਹਦਾ ਜਵਾਬ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਦਿੱਤਾ। ਕਹਿੰਦੇ ਜੇ ਭਾਈ ਇਦੋਂ ਹਨੇਰੇ ਦੇ ਵਿੱਚੋਂ ਸੰਸਾਰੀ ਜੀਵੋ ਤੁਸੀਂ ਨਿਕਲਣਾ ਚਾਹੁੰਦੇ ਹੋ ਤਾਂ ਫਿਰ ਆਹ ਕੰਮ ਕਰੋ, ਕਲ ਕੀਰਤ ਪ੍ਰਗਟ ਚਾਨਣ ਸੰਸਾਰ। ਕਲਯੁਗ ਦੇ ਸਮੇਂ ਦੇ ਵਿੱਚ ਜਿਹੜੀ ਨਿਰੰਕਾਰ ਦੀ ਸਿਫਤ ਸਲਾਹ, ਨਿਰੰਕਾਰ ਦੀ ਨਾਮ ਦੀ ਬੰਦਗੀ ਕਰਨੀ, ਉਹਦੀ ਸੇਵਾ ਕਰਨੀ, ਇਹ ਇੱਕ ਚਾਨਣ ਮੁਨਾਰਾ ਹੈ। ਇਹ ਗਿਆਨ ਦਾ ਚਿਰਾਗ ਤੁਹਾਡੇ ਅੰਦਰ ਜਗ ਪਾਏਗਾ ਤਾਂ ਫਿਰ ਸਾਰੇ ਸੰਸਾਰ ਦੇ ਉੱਤੋਂ ਇਹ ਧੁੰਦ ਦੂਰ ਹੋ ਜਾਵੇਗੀ। ਗੁਰਮੁਖ ਕੋਈ ਉਤਰੈ ਪਾਰ, ਉਹ ਵਿਰਲਾ ਹੀ ਸੰਸਾਰ ਦੇ ਉੱਤੇ ਗੁਰਮੁਖ ਹੈ ਜਿਸ ਨੂੰ ਇਸ ਦੀ ਸੋਝੀ ਆਈ। ਜਿਸਨੋ ਨਦਰ ਕਰੇ ਤਿਸ ਦੇਵੈ, ਜਿਹਦੇ ਉੱਤੇ ਨਿਰੰਕਾਰ ਜੀ ਆਪ ਕਿਰਪਾ ਕਰਦੇ ਨੇ ਉਸ ਨੂੰ ਹੀ ਇਹ ਨਿਰੰਕਾਰ ਗਿਆਨ ਬਖਸ਼ਿਸ਼ ਕਰਦੇ ਹਨ। ਨਾਨਕ ਗੁਰਮੁਖ ਰਤਨ ਸੋ ਲੇਵੈ। ਨਿਰੰਕਾਰ ਵਾਹਿਗੁਰੂ ਜੀ ਦੇ ਜਿਹੜੇ ਪਿਆਰੇ ਹੁੰਦੇ ਨੇ ਗੁਰਮੁਖ ਜਨ ਨੇ, ਉਹ ਕਹਿੰਦੇ ਫਿਰ ਗੁਰੂ ਨਿਰੰਕਾਰ ਦੇ ਕੋਲੋਂ ਰਤਨ ਰੂਪੀ ਨਾਮ ਲੈ ਲੈਂਦੇ ਨੇ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਲੈ ਲੈਂਦੇ ਨੇ। ਉਹ ਪ੍ਰਮਾਤਮਾ ਨਿਰੰਕਾਰ ਜੀ ਜਿਨ੍ਹਾਂ ਦੇ ਉੱਤੇ ਕਿਰਪਾ ਕਰਦੇ ਫਿਰ ਉਹਨਾਂ ਨੂੰ ਹੀ ਦਿੰਦੇ ਨੇ। ਗੁਰਮੁਖ ਵੀ ਉਹੀ ਬਣ ਸਕਦਾ ਜਿਹਦੇ ਉੱਤੇ ਨਿਰੰਕਾਰ ਵਾਹਿਗੁਰੂ ਦੀ ਰਹਿਮਤ ਹੋ ਜਾਂਦੀ ਹੈ। ਪੌੜੀ ਭਗਤਾ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਸੰਸਾਰ ਦੇ ਜੀਵੋ ਜਿਹੜੇ ਸੰਸਾਰ ਦੇ ਉੱਤੇ ਭਗਤ ਨੇ, ਅਕਾਲ ਪੁਰਖ ਨਿਰੰਕਾਰ ਦੀ ਭਜਨ ਬੰਦਗੀ ਦੇ ਵਿੱਚ ਬੈਠੇ ਨੇ, ਤੇ ਜਿਹੜੇ ਮਨਮੁਖ ਨੇ, ਗੁਰਮੁਖ ਤੇ ਮਨਮੁਖਾਂ ਦਾ ਕਦੀ ਆਪਸ ਵਿੱਚ ਮਿਲਾਪ ਨਹੀਂ ਹੁੰਦਾ। ਕਰਤਾ ਆਪ ਅਪੁੱਲ ਹੈ, ਨਾ ਭੁੱਲੇ ਕਿਸੇ ਦਾ ਭੁਲਾਇਆ। ਉਹ ਅਕਾਲ ਪੁਰਖ ਅਭੁੱਲ ਹੈ, ਸਭ ਕੋ ਭੁੱਲਣਹਾਰ ਹੈ, ਅਭੁੱਲ ਗੁਰੂ ਕਰਤਾਰ। ਇਸ ਕਰਕੇ ਕੋਈ ਵੀ ਉਸ ਨੂੰ ਭੁਲਾ ਨਹੀਂ ਸਕਦਾ, ਕੋਈ ਉਹਦੇ ਮੂੰਹ ਨਾਲ ਕੋਈ ਬਹਿਸ ਕਰਕੇ ਉਹਨੂੰ ਸਿੱਧ ਨਹੀਂ ਕਰ ਸਕਦਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਗਲਤ ਹੋ, ਕਿਉਂਕਿ ਉਹਦਾ ਹੁਕਮ ਹੀ ਗਲਤ ਨਹੀਂ ਹੈ। ਉਹ ਆਪ ਸੱਚਾ ਹੈ, ਉਹਦਾ ਹੁਕਮ ਹੀ ਸੱਚਾ, ਉਹਦੀ ਹਰ ਚੀਜ਼ ਜਿਹੜੀ ਬਣਾਈ ਹੋਈ ਉਹ ਵੀ ਸੱਚੀ ਹੈ। ਭਗਤ ਆਪੇ ਮੇਲੀਅਨ ਜਿਨੀ ਸੱਚੋ ਸੱਚ ਕਮਾਇਆ। ਜਿਨ੍ਹਾਂ ਜੀਵਾਂ ਨੇ ਇਸ ਸੰਸਾਰ ਦੇ ਉੱਤੇ ਸੱਚੀ ਕਿਰਤ ਕੀਤੀ, ਸੱਚਾ ਨਾਮ ਜਪਿਆ, ਸੱਚਾ ਜੀਵਨ ਬਤੀਤ ਕੀਤਾ, ਉਹ ਭਗਤਵਾਨ ਜਿਹੜੇ ਨੇ ਉਹਨਾਂ ਨੂੰ ਆਪ ਹੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਵਿੱਚ ਮਿਲਾ ਲੈਂਦੇ ਹਨ। ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ। ਕਹਿੰਦੇ ਜਿਹੜੇ ਸੰਸਾਰੀ ਜੀਵ ਨੇ, ਮਨਮੁਖ ਲੋਕ ਨੇ, ਉਹਨਾਂ ਨੂੰ ਵੀ ਵਾਹਿਗੁਰੂ ਨੇ ਆਪ ਹੀ ਇਹਨਾਂ ਨੂੰ ਕਹਿੰਦੇ ਭੁਲਾ ਦਿੱਤਾ ਹੈ। ਹੁਣ ਇੱਕ ਵਾਰ ਆਪਾਂ ਰਸਤਾ ਛੱਡ ਦਈਏ ਨਾ, ਭੁੱਲ ਜਾਈਏ, ਤੇ ਕੋਈ ਸਾਡੇ ਕਿਸੇ ਦੇ ਕੋਲੋਂ ਤੁਸੀਂ ਇੱਕ ਵਾਰੀ ਰਸਤਾ ਪੁੱਛੋ, ਭਾਈ ਫਲਾਣੇ ਪਿੰਡ ਜਾਣਾ, ਫਲਾਣੀ ਜਗ੍ਹਾ ਜਾਣਾ, ਉਹ ਦੱਸੇਗਾ ਇੱਥੋਂ ਖੱਬੇ ਮੁੜ ਜਾਓ, ਸੱਜੇ ਮੁੜ ਜਾਓ, ਪਰ ਆਖੇ ਆਪਾਂ ਲੱਗੀਏ ਨਾ, ਆਪਾਂ ਫੇਰ ਉਦੋਂ ਰਸਤੇ ਤੇ ਤੁਰੇ ਜਾਈਏ। ਜਦੋਂ 4-5 ਵਾਰੀ ਤੁਸੀਂ ਪੁੱਛੋਗੇ ਤੇ ਪਰ ਉਹ ਮੰਨੋਗੇ ਨਾ, ਤੇ ਉਹ ਫਿਰ ਦੱਸਣ ਵਾਲੇ ਵੀ ਕਹਿੰਦੇ ਛੱਡੋ ਯਾਰ, ਇਹਨੂੰ ਦੱਸਣ ਦਾ ਕੀ ਫਾਇਦਾ, ਇਸ ਬੰਦੇ ਨੂੰ ਤਾਂ ਆਪਣੀ ਮਨਮਾਤੀ ਕਰਨੀ ਹੈ। ਇਸੇ ਕਰਕੇ ਜਿਹੜੇ ਭੁੱਲੇ ਹੋਏ ਲੋਕ ਨੇ, ਪ੍ਰਮਾਤਮਾ ਦੇ ਰਾਸਤੇ ਤੋਂ ਖੁੰਝੇ ਹੋਏ ਲੋਕ ਨੇ, ਉਹਨਾਂ ਨੂੰ ਵੀ ਵਾਹਿਗੁਰੂ ਨੇ ਕੂੜ ਦੇ ਵਿੱਚ ਝੂਠਾ ਹੀ ਜੀਵਨ, ਝੂਠਾ ਹੀ ਉਹ ਬੋਲਦੇ ਨੇ, ਝੂਠਾ ਵਪਾਰ ਕਰਦੇ ਨੇ, ਔਰ ਝੂਠਾ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਫਸ ਕੇ ਹਰ ਵੇਲੇ ਜ਼ਹਿਰ ਰੂਪੀ ਵਿਸ਼ੇ ਵਿਕਾਰਾਂ ਨੂੰ ਖਾਈ ਜਾਂਦੇ ਹਨ। ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ। ਇਹਨਾਂ ਲੋਕਾਂ ਨੂੰ ਮੌਤ ਚੇਤੇ ਨਹੀਂ ਆਉਂਦੀ ਹੈ, ਇਹ ਮੌਤ ਨੂੰ ਭੁੱਲ ਚੁੱਕੇ ਨੇ, ਤੇ ਕਾਮ ਕ੍ਰੋਧ ਦੀ ਜਿਹੜੀ ਜ਼ਹਿਰ ਹੈ ਉਸ ਨੂੰ ਬਹੁਤ ਇਹਨਾਂ ਨੇ ਅੰਦਰ ਸਰੀਰ ਦੇ ਵਸਾ ਕੇ ਵਧਾ ਕੇ ਰੱਖਿਆ ਹੋਇਆ ਹੈ। ਭਗਤ ਕਰਨ ਹਰ ਚਾਕਰੀ ਜਿਨੀ ਅੰਦਨ ਨਾਮ ਤੇ ਆਇਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਹੜੀ ਚਾਕਰੀ ਕਰਦੇ ਨੇ, ਨੌਕਰੀ ਕਰਦੇ ਨੇ, ਹਰ ਵੇਲੇ ਦਿਨ ਰਾਤ ਉਹ ਪ੍ਰਮਾਤਮਾ ਵਾਹਿਗੁਰੂ ਦੇ ਕੋਲੋਂ
ਗਿਆਨ ਲੈ ਕੇ ਸੁਚੇਤ ਹੋ ਕੇ ਨਿਰੰਕਾਰ ਦਾ ਨਾਮ ਜਪਦੇ ਨੇ, ਉਹ ਅਸਲ ਵਿੱਚ ਇਸ ਸੰਸਾਰ ਦੇ ਉੱਤੇ ਭਗਤੀ ਕਰਨ ਵਾਲੇ ਪ੍ਰਮਾਤਮਾ ਦੇ ਪਿਆਰੇ ਹੁੰਦੇ ਹਨ। ਦਾਸਨ ਦਾਸ ਹੋਏ ਕੈ ਜਿਨੀ ਵਿੱਚੋਂ ਆਪ ਗਵਾਇਆ। ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ, ਅਹੰਤਾ, ਮਮਤਾ ਨੂੰ, ਤ੍ਰਿਸ਼ਨਾ ਦੇ ਰੋਗ ਸਾਰੇ ਦੂਰ ਕਰ ਦਿੱਤੇ। ਕਹਿੰਦੇ ਅਸਲ ਵਿੱਚ ਉਹ ਪ੍ਰਮਾਤਮਾ ਪਿਆਰੇ ਨਿਰੰਕਾਰ ਦੇ ਜਿਹੜੇ ਪਿਆਰੇ ਹੁੰਦੇ ਹਨ, ਉਹ ਪਿਆਰਿਆਂ ਦੇ ਜਿਹੜੇ ਦਾਸ ਹੁੰਦੇ, ਉਹਨਾਂ ਦੇ ਵੀ ਇਹ ਦਾਸ ਬਣ ਜਾਂਦੇ ਨੇ। ਇੰਨੀ ਨਿਮਰਤਾ ਉਹਨਾਂ ਦੇ ਵਿੱਚ ਆ ਜਾਂਦੀ ਹੈ। ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ। ਉਹਨਾਂ ਜੀਵਾਂ ਦੇ, ਉਹ ਗੁਰਮੁਖਾਂ ਦੇ ਜਿਹੜੇ ਇਦੂ ਸੰਸਾਰ ਦੇ ਉੱਤੇ ਵੀ ਜਿਹੜਾ ਇਹ ਵੀ ਇਹ ਦਰ ਵੀ ਖਸਮ ਦਾ ਹੀ ਹੈ। ਇਹ ਅਸਥਾਨ ਵੀ ਉਹ ਖਸਮ ਪ੍ਰੇਤ ਵਾਹਿਗੁਰੂ ਦਾ ਹੀ ਰੂਪ ਹੈ। ਕਹਿੰਦੇ ਇੱਥੇ ਵੀ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਨੇ। ਇੱਥੇ ਵੀ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੀ ਉਹਨਾਂ ਦੀ ਪੱਤ ਆਪ ਨੂੰ ਹੱਥ ਦੇ ਕੇ ਰੱਖਦੇ ਹਨ। ਜਿਸ ਵੇਲੇ ਸੱਚੇ ਦਰਬਾਰ ਪਰਲੋਕ ਦੇ ਵਿੱਚ ਜਾਂਦੇ, ਨਿਜ ਘਰ ਦੇ ਵਿੱਚ ਜਾਂਦੇ ਨੇ, ਵਾਹਿਗੁਰੂ ਨਿਰੰਕਾਰ ਜੀ ਇਹਨਾਂ ਗੁਣਾਂ ਦੇ ਕਾਰਨ ਕਰਕੇ ਉੱਥੇ ਵੀ ਉਹਨਾਂ ਨੂੰ ਸ਼ੋਭਾ ਦਿੰਦੇ ਹਨ। ਸ਼ੋਭਨੀਕ ਉਹ ਜੀਵ ਬਣ ਜਾਂਦੇ ਹਨ। ਸ਼ਲੋਕ ਮਹਲਾ ਪਹਿਲਾ ਸਬਾਹੀ ਸਲਾ ਜਿਨੀ ਧਿਆਇਆ ਇੱਕ ਮਨ। ਹੁਣ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਕੋਲ ਕਿਰਪਾ ਕੀਤੀ। ਕਹਿੰਦੇ ਆਖਣ ਲੱਗੇ, ਹੇ ਅਕਾਲ ਪੁਰਖ ਸਾਨੂੰ ਦੱਸੋ ਇਦੂ ਸੰਸਾਰ ਦੇ ਉੱਤੇ ਸ਼ਾਹ ਸਰੂਪੀ, ਸ਼ਾਹ ਕਹਿੰਦੇ ਨੇ ਪ੍ਰਮਾਤਮਾ, ਆਪ ਜੀ ਦਾ ਰੂਪ, ਆਪ ਜੀ ਦੇ ਕਰੀਬ, ਆਪ ਜੀ ਦੇ ਪਿਆਰੇ ਕੌਣ ਹਨ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਦਾ ਸਵਾਲ ਦਿੰਦੇ ਨੇ। ਕਹਿੰਦੇ ਜਿਹੜੇ ਹਰ ਕੋਈ ਪਿਆਰਾ ਬਣ ਸਕਦਾ, ਹਰ ਕੋਈ ਨਿਰੰਕਾਰ ਦੇ ਵਿੱਚ ਭੇਦ ਹੋ ਸਕਦਾ, ਪਰ ਆਹ ਕੰਮ ਕਰਨਾ ਪਊਗਾ। ਦੇਖੋ ਇਹ ਬਾਣੀ ਦੇ ਵਿੱਚੋਂ ਅੱਗੇ ਵੀ ਗਾਹਾਂ ਜਾ ਕੇ ਬਹੁਤ ਇਹਦੇ ਰੂਪ ਦੇ ਵਿੱਚ ਬਾਣੀ ਆਉਣੀ ਆ, ਕਿਉਂਕਿ ਸਾਡਾ ਮਨ ਬਾਰ-ਬਾਰ ਭੁੱਲ ਜਾਂਦਾ ਇਹਨਾਂ ਚੀਜ਼ਾਂ ਨੂੰ। ਕਹਿੰਦੇ ਸਬਾਹੀ ਸਲਾ, ਸਬਾਹੀ ਕਹਿੰਦੇ ਨੇ ਅੰਮ੍ਰਿਤ ਵੇਲੇ ਨੂੰ, ਸਵੇਰੇ ਨੂੰ, ਜਿਹਨੂੰ ਅਸੀਂ ਮੂੰਹ ਹਨੇਰਾ ਕੇ ਆਖ ਦਿੰਦੇ ਹਾਂ। ਔਰ ਕਈ ਐਸੇ ਜੀਵ ਨੇ ਜਿਹੜੇ ਸਵਾ ਪੈਰ ਉੱਠਦੇ ਨੇ ਭਾਈ। ਸਵਾ ਪੈਰ ਹੁੰਦਾ 12:16 ਤੇ ਸ਼ੁਰੂ ਹੋ ਜਾਂਦਾ। ਉਸ ਵੇਲੇ ਉੱਠਦੇ ਨੇ, ਨਿਰੰਕਾਰ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਉਠਾ ਲੈਂਦੇ ਨੇ। ਫਿਰ ਉਹ ਬਾਕੀ ਦਾ ਸਮਾਂ ਸਾਰਾ ਉਹਦੀ ਬੰਦਗੀ ਦੇ ਵਿੱਚ, ਉਹਦੇ ਭਜਨ ਦੇ ਵਿੱਚ ਲਾ ਦਿੰਦੇ ਨੇ। ਵਡਿਆਈਆਂ ਮਿਲਦੀਆਂ ਨੇ ਉਹਨਾਂ ਨੂੰ। ਕਹਿੰਦੇ ਵੀ ਭਾਈ ਜੇ ਉਸ ਵੇਲੇ ਤੁਸੀਂ ਨਹੀਂ ਉੱਠ ਸਕਦੇ, ਪਰ ਉਸ ਵੇਲੇ ਜਦੋਂ ਮੂੰਹ ਹਨੇਰਾ ਹੁੰਦਾ ਹੈ, ਜਿਹੜਾ ਅੰਮ੍ਰਿਤ ਵੇਲਾ ਹੈ, ਉਸ ਵੇਲੇ ਉੱਠ ਕੇ ਮਨ ਤਨ ਨੂੰ ਇਕਾਗਰ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦਾ ਸ਼ੁਕਰਾਨਾ ਕਰ, ਉਸ ਦਾ ਨਾਮ ਜਪ। ਜਿਹੜੇ ਨਾਮ ਜਪਦੇ ਹਨ ਉਹਨਾਂ ਦੀ ਹੁਣ ਨਿਰੰਕਾਰ ਜੀ ਇੱਥੇ ਦੱਸਦੇ ਨੇ ਵੀ ਉਹ ਕੌਣ ਹਨ। ਸਹੀ ਪੂਰੇ ਸਾ ਵਖਤੇ ਉੱਪਰ ਲੜ ਮੁਏ। ਜਿਹੜੇ ਨਿਰੰਕਾਰ ਵਾਹਿਗੁਰੂ ਦੇ ਰੂਪ ਉਹ ਬਣ ਜਾਂਦੇ ਨੇ ਜੀਵ, ਜਿਹੜੇ ਉਹ ਵਾਹਿਗੁਰੂ ਨਿਰੰਕਾਰ ਦਾ ਰੂਪ ਬਣ ਜਾਂਦੇ ਨੇ, ਉਹ ਵਖਤੇ ਉੱਪਰ ਲੜ ਮਰੇ। ਉਹ ਜਿਹੜਾ ਸਮਾਂ ਹੁੰਦਾ ਸਵਾ ਪੈਰ ਦਾ, ਜਾਂ ਜਿਹੜਾ ਉਹਨਾਂ ਨੇ ਪਹਿਲਾ ਪੈਰ, ਜਾਂ ਉਹਨਾਂ ਨੇ 2.5 ਪੈਰ ਜਾਂ 3 ਪੈਰ ਦਾ, ਜਿਹੜਾ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਂ ਹੈ, ਜਿਸ ਵੇਲੇ ਨੀਂਦ ਨੇ ਪੂਰਾ ਜ਼ੋਰ ਪਾਇਆ ਹੋਇਆ ਹੁੰਦਾ ਹੈ, ਉਸ ਵੇਲੇ ਕਿਸੇ ਨੂੰ ਵੀ ਗੱਲ ਕਰਕੇ ਦੇਖ ਲਓ, ਕਹਿੰਦੇ ਨੇ ਵੀ ਸਾਨੂੰ 2-2:30 ਵਜੇ ਜਾਗ ਆਉਂਦੀ ਆ। ਉਹ ਵਾਸ਼ਰੂਮ ਜਾ ਕੇ ਮੁੜ ਕੇ ਆਣ ਕੇ ਫਿਰ ਗਧੋਲੀ ਦੇ ਵਿੱਚ ਆ ਵੜਦਾ, ਤੇ ਜਿਹਦੇ ਉੱਤੇ ਨਿਰੰਕਾਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਉਹ ਸਮੇਂ ਨਾਲ ਫਿਰ ਲੜਦਾ ਹੈ। ਉਹ ਨੀਂਦ ਨਾਲ ਲੜਦਾ, ਲੜ ਕੇ ਉਹ ਨੀਂਦ ਨੂੰ ਹਰਾਮ ਕਰ ਦਿੰਦਾ, ਤੇ ਲੜ ਕੇ ਉਹ ਨੀਂਦ ਨੂੰ ਹਰਾਮ ਕਰਕੇ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਉਹ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲਾਉਂਦਾ। ਇੱਥੇ ਇੱਕ ਬਚਨ ਆਉਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਹਿੰਦੇ ਨੇ ਐ ਰਾਤ ਤੂੰ ਲੰਬੀ ਹੋ ਜਾ। ਜਿਹੜੀ ਰਾਤ ਦੇ ਵਿੱਚ ਮੈਂ ਉਹ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਕਰਦਾ ਹਾਂ, ਉਹ ਨੀਂਦ ਤੂੰ ਬਿਲਕੁਲ ਥੋੜੀ ਹੋ ਜਾ, ਜਿਹਦੇ ਵਿੱਚ ਮੈਨੂੰ ਪ੍ਰਮਾਤਮਾ ਭੁੱਲ ਜਾਂਦਾ ਹੈ, ਮੈਂ ਸੌਂ ਜਾਂਦਾ ਹਾਂ। ਜਿਸ ਵੇਲੇ ਮੈਨੂੰ ਉਸ ਵੇਲੇ ਪਤਾ ਨਹੀਂ, ਮੈਂ ਸੁੱਤਿਆ ਵੀ ਏਦਾਂ ਹੁੰਦਾ ਜਿੱਦਾਂ ਮੌਤ ਰੂਪੀ ਆਈ ਹੁੰਦੀ ਹੈ, ਪਰ ਤੂੰ ਥੋੜੀ ਹੋ ਜਾ, ਇਹ ਆਏਗਾ। ਸੋ ਨਿਰੰਕਾਰ ਕਹਿੰਦੇ ਨੇ ਉਹ ਜੀਵ ਜਿਹੜੇ ਨੇ ਪੂਰੇ ਸ਼ਾਹੂਕਾਰ ਹਨ, ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ, ਜਿਹੜੇ ਇਸ ਨੀਂਦ ਦੇ ਨਾਲ ਲੜ ਕੇ ਸਮੇਂ ਨੂੰ, ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਨ। ਦੂਜੇ ਬਹੁਤੇਰਾ ਮਨ ਕੀਆ ਮਤੀ ਖਿੰਡਿਆ। ਪਰ ਦੇਖੋ ਕਹਿੰਦੇ ਹੁਣ ਦੇਖੋ ਵੀ ਸਵੇਰਾ ਚੜ ਪਿਆ, ਦੂਜਾ ਸਵੇਰਾ ਚੜ ਪਿਆ। ਜਦੋਂ ਸਵੇਰਾ ਚੜਦਾ ਭਾਈ, ਉਸ ਵੇਲੇ ਕੀ ਹੁੰਦਾ, ਜਿਹੜਾ ਸਾਡਾ ਮਨ ਹੈ ਉਹ ਵੀ ਬੰਦਗੀ ਦੇ ਵਿੱਚ ਨਹੀਂ ਜੁੜਦਾ। ਜਦੋਂ ਉਹਨੂੰ ਫੇਰ ਫਿਕਰ ਹੁੰਦਾ ਮੈਂ ਕੰਮ ਤੇ ਵੀ ਜਾਣਾ, ਹੋਰ ਚੀਜ਼ਾਂ ਵੀ ਕਰਨੀਆਂ, ਦੁਕਾਨ ਵੀ ਖੋਲਣੀ ਆ, ਤੇ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਣਾ, ਫਿਰ ਇਦਾਂ ਦੇ ਰਾਸਤੇ ਜਿਹੜੇ ਧੰਦੇ ਹੁੰਦੇ ਉਹਨਾਂ ਵੱਲ ਨੂੰ ਜਿਹੜਾ ਮਨ ਜਿਹੜਾ ਭਟਕਣਾ ਦੇ ਵਿੱਚ ਪੈ ਜਾਂਦਾ ਹੈ। ਬਹੁਤ ਪਏ ਅਸਗਾ ਗੋਤੇ ਖਾਹੇ ਨਾ ਨਿਕਲੇ। ਅਨੇਕਾਂ ਧੰਦਿਆਂ ਦੇ ਵਿੱਚ ਉਹ ਜੀਵ ਜਾ ਕੇ ਫਸ ਜਾਂਦਾ, ਮੋਹ ਮਾਇਆ ਦੇ ਵਿੱਚ ਜਾ ਕੇ ਫਸ ਜਾਂਦਾ। ਸੰਸਾਰ ਇੱਕ ਵਿਕਾਰੀ ਸਮੁੰਦਰ ਹੈ, ਇਹਦੇ ਵਿੱਚ ਗੋਤੇ ਖਾਈ ਜਾਂਦਾ, ਪਰ ਉਹਨੂੰ ਨਿਕਲਦਾ ਕੋਈ ਸਾਧਨ ਨਹੀਂ ਹੁੰਦਾ, ਤੇ ਨਾ ਹੀ ਨਿਕਲਦਾ ਪਤਾ ਲੱਗਦਾ ਹੈ। ਇਸ ਕਰਕੇ ਉਹਦਾ ਜੀਵਨ ਅਜਾਈ ਹੀ ਖਤਮ ਹੁੰਦਾ ਜਾਂਦਾ ਹੈ। ਤੀਜੇ ਮੁਹੀ ਗਿਰਾ ਭੁੱਖ ਤਿਖਾ ਦੁਏ ਪੌਕੀਆ। ਹੁਣ ਕਹਿੰਦੇ ਵੀ ਤੀਜਾ ਪੜਾਅ ਚੱਲ ਪਿਆ,
ਜਿਹੜਾ 24 ਘੰਟਿਆਂ ਦੇ ਵਿੱਚੋਂ ਤੀਜਾ ਪੜਾਅ ਚੱਲ ਪਿਆ। ਤੀਜੇ ਪੜਾਅ ਦੇ ਵਿੱਚ ਕਹਿੰਦੇ ਭੁੱਖ ਨੇ ਤੇ ਪਿਆਸ ਨੇ ਬਹੁਤ ਆਣ ਕੇ ਜੀਵ ਨੂੰ ਸਤਾਇਆ। ਖਾਦਾ ਹੋਏ ਸੁਆ ਪੀ ਖਾਣੇ ਸਿਉ ਦੋਸਤੀ। ਫਿਰ ਉਹ ਜਦੋਂ ਭੁੱਖ ਹੁੰਦੀ ਆ, ਭੁੱਖ ਵੀ ਮੌਤ ਦੇ ਬਰੋਬਰ ਹੀ ਹੁੰਦੀ ਹੈ। ਕਹਿੰਦੇ ਮੌਤ ਇੱਕ ਵਾਰ ਜੀਵਨ ਚ ਆਉਂਦੀ, ਭੁੱਖ ਬਾਰ-ਬਾਰ ਆਣ ਕੇ ਮੌਤ ਰੂਪੀ ਆਣ ਕੇ ਜੀਵ ਨੂੰ ਸਤਾਉਂਦੀ ਹੈ। ਸੋ ਇਸ ਕਾਰਨ ਕਰਕੇ ਜਦੋਂ ਫਿਰ ਉਹ ਗਰਾਹੀ ਖਾਂਦੇ ਨੇ, ਭੋਜਨ ਖਾਂਦੇ ਨੇ, ਪਿਆਸ ਮਿਟਾਉਣ ਲਈ ਜਲ ਪੀਂਦੇ ਨੇ, ਕਹਿੰਦੇ ਥੋੜਾ ਸਮਾਂ ਹੀ ਇਹਦਾ ਅਸਰ ਰਹਿੰਦਾ ਹੈ। ਕਹਿੰਦੇ ਫਿਰ ਕੀ ਹੁੰਦਾ, ਖਾਧਾ ਜੋ ਉਹਨਾਂ ਨੇ ਉਹ ਸੁਆਹ ਬਣ ਜਾਂਦਾ, ਵਿਸਟਾ ਬਣ ਜਾਂਦਾ। ਕਹਿੰਦਾ ਪਰ ਉਹ ਫਿਰ ਭੁੱਖ ਲੱਗ ਜਾਂਦੀ ਹੈ। ਤੇ ਜਿੱਦੂ ਖਾਣੇ ਦੇ ਨਾਲ ਉਹਨਾਂ ਨੇ ਦੋਸਤੀ ਕੀਤੀ ਸੀ, ਵੀ ਖਾਣਾ ਬਹੁਤ ਸਵਾਦ ਖਾਧਾ ਬਈ ਭਾਈ, ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ, ਕਿਸੇ ਹੋਰ ਜਗ੍ਹਾ ਦੇ ਉੱਤੇ ਬੈਠ ਕੇ ਖਾਣਾ ਬੜਾ ਸੋਹਣਾ ਖਾਧਾ। ਕਹਿੰਦੇ ਉਹ ਖਾਣਾ ਜਿਹੜਾ ਸੀ ਉਹ ਸੁਆਹ ਬਣ ਗਿਆ। ਉਹਦਾ ਉਹ ਜਿਹੜਾ ਸੀ ਉਸ ਦੇ ਨਾਲ ਵੀ ਪ੍ਰਮਾਤਮਾ ਯਾਦ ਨਹੀਂ ਆਇਆ, ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕੀਤਾ ਕਿ ਰੁੱਖੀ ਸੁੱਖੀ ਖਾਏ ਠੰਡਾ ਪਾਣਾ ਪੀਓ। ਪਰ ਕਹਿੰਦੇ ਇਸ ਰੂਪ ਦੇ ਵਿੱਚ ਉਹ ਬਣੇ ਨਹੀਂ, ਪ੍ਰਮਾਤਮਾ ਦੀ ਉਹਨਾਂ ਨੂੰ ਸਿਫਤ ਸਲਾਹ ਕਰਨ ਦਾ ਨਹੀਂ ਖਿਆਲ ਆਇਆ। ਇਸ ਕਰਕੇ ਸੁਆਹ ਹੀ ਬਣ ਗਿਆ, ਵਿਸਟਾ ਹੀ ਬਣ ਗਿਆ। ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ। ਹੁਣ ਕਹਿੰਦੇ ਸ਼ਾਮਾਂ ਪੈ ਗਈਆਂ, ਚੌਥਾ ਪਹਿਰ ਦਾ ਚੌਥਾ ਸਾਹ ਆ ਗਿਆ ਦਿਹਾੜੀ ਦਾ। ਕਹਿੰਦੇ ਉੱਥੇ ਫਿਰ ਉਹਨੂੰ ਊਂਗ ਕਹਿੰਦੇ ਨੇ, ਆਵਾਸੀਆਂ ਆਉਣੀਆਂ ਸ਼ੁਰੂ ਹੋ ਗਈਆਂ, ਗਲਾਟ ਹੋਣੇ ਸ਼ੁਰੂ ਹੋ ਗਏ, ਨੀਂਦ ਆ ਗਈ। ਫਿਰ ਕੀ ਹੋਇਆ, ਉਹ ਅੱਖਾਂ ਮੀਟ ਕੇ ਦੁਬਾਰਾ ਸੌਂ ਗਿਆ। ਪੀ ਉਠ ਰਚਿਉਨ ਵਾਦ ਸੈ ਵਰਿਆਂ ਕੀ ਪਿੜ ਵਧੀ। ਬਸ ਇਦੂ ਚੱਕਰ ਦੇ ਵਿੱਚ 100 ਵਰੇ ਉਹਦਾ ਜੀਵਨ ਸੀ। ਇਦੂ ਚੱਕਰ ਦੇ ਵਿੱਚ ਸਾਰਾ ਜੀਵਨ ਹੀ ਅਜਾਈ ਗਵਾ ਦਿੱਤਾ ਉਸਨੇ। ਸਭੇ ਵੇਲਾ ਵਖਤ ਸਭ ਜੇ ਅੱਠੀ ਪਉ ਹੋਏ। ਉਹ ਜਿਹੜਾ ਨਿਰੰਕਾਰ ਵਾਹਿਗੁਰੂ ਜੀ ਕਹਿੰਦੇ ਜਿਹੜੇ 8 ਸਭੇ ਵੇਲਾ ਵਕਤ ਸਭ ਜੇ ਅੱਠੀ ਪਉ ਹੋਏ, 8 ਪਹਿਰ ਹੁੰਦੇ ਨੇ ਦਿਨ ਰਾਤ ਦੇ। ਉਹ ਸਮਾਂ, ਉਹ ਵੇਲਾ, ਉਹ ਬਹੁਤ ਭਾਗਾਂ ਵਾਲਾ ਜਿਸ ਵੇਲੇ ਨਿਰੰਕਾਰ ਵਾਹਿਗੁਰੂ ਜੀ ਦੇ ਡਰ ਦੇ ਵਿੱਚ ਜੀਵਨ ਬਤੀਤ ਹੁੰਦਾ ਹੋਵੇ। ਜਿਹੜੇ ਜੀਵ ਨਿਰੰਕਾਰ ਦੇ ਡਰ ਦੇ ਵਿੱਚ ਰਹਿੰਦੇ ਹਨ। ਹੁਣ ਡਰ ਦੇ ਵਿੱਚ ਕਿਉਂ ਰਹਿੰਦੇ ਨੇ? ਜਿਹੜਾ ਜੀਵ ਡਰ ਦੇ ਵਿੱਚ ਉਹ ਪ੍ਰਮਾਤਮਾ ਤੋਂ ਡਰਦਾ, ਉਹ ਨਾ ਕਦੀ ਗਲਤ ਕੰਮ ਨਹੀਂ ਉਹ ਕਰੂਗਾ। ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਲਾਉਣਾ ਵੀ ਉਹੀ ਸੱਚਾ ਹੈ, ਚਾਹੇ ਤੀਰਥਾਂ ਤੇ ਚਾਹੇ ਹੋਰ ਜਗ੍ਹਾ ਦੇ ਉੱਤੇ। ਜੇ ਕਿਤੇ ਬਾਹਰੋਂ ਇਸ਼ਨਾਨ ਜਿਹੜੇ ਕੀਤਿਆਂ ਦੇ ਨਾਲ ਉਹ ਨਿਰੰਕਾਰ ਵਾਹਿਗੁਰੂ ਉਸ ਵੇਲੇ ਚੇਤੇ ਆ ਜਾਵੇ, ਉਹਦਾ ਨਾਮ ਜਪਣਾ ਸ਼ੁਰੂ ਕਰ ਦੇਵੇ, ਤੇ ਅੰਦਰੋਂ ਵੀ ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਕਿਰਪਾ ਦੇ ਨਾਲ ਮਨ ਦੇ ਉੱਤੋਂ ਵੀ ਇਹ ਜਨਮ ਜਨਮਾਂਤਰਾਂ ਦੀ ਮੈਲ ਲਾਉਣੀ ਸ਼ੁਰੂ ਹੋ ਜਾਵੇ। ਕਹਿੰਦੇ ਨਾਨਕ ਸਾਹਿਬ ਮਨ ਵਸੇ। ਜਦੋਂ ਉਹ ਪ੍ਰੀਤਮ ਜੀ ਵਾਹਿਗੁਰੂ ਜੀ ਹਿਰਦੇ ਦੇ ਵਿੱਚ ਵਸ ਜਾਂਦੇ ਨੇ, ਉਹੀ ਇਸ਼ਨਾਨ ਕਰਨਾ ਸ਼ੋਭਦਾਇਕ ਹੈ। ਮਹਲਾ ਦੂਜਾ ਸੇਈ ਪੂਰੇ ਸਾ ਜਿਨੀ ਪੂਰਾ ਪਾਇਆ। ਉਹੀ ਇੱਥੇ ਪੂਰੇ ਸ਼ਾਹ ਹਨ, ਉਹੀ ਨਿਰੰਕਾਰ ਰੂਪੀ ਜੀਵ ਹਨ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ। ਅੱਠੀ ਵੇ ਪਰਵਾਹ ਰਹਿਣ ਇਕੱਤੈ ਰੰਗ। ਅੱਠੇ ਹੀ ਪੈਰ ਅਤੇ ਅੱਠੀ ਤੋਂ ਅੱਠੇ ਪੈਰ ਦਿਨ ਰਾਤ ਉਹ ਬੇਪਰਵਾਹ ਰਹਿੰਦੇ ਨੇ, ਬੇਫਿਕਰੇ ਰਹਿੰਦੇ ਨੇ। ਚਿੰਤਾ ਦੇ ਰੋਗ ਉਹਨਾਂ ਦੇ ਕੋਲੋਂ ਦੂਰ ਹੋ ਜਾਂਦੇ ਨੇ ਤੇ ਇੱਕ ਅਕਾਲ ਪੁਰਖ ਦੇ ਨਾਮ ਦੇ ਵਿੱਚ ਹੀ ਰੰਗੇ ਰਹਿੰਦੇ ਹਨ, ਉਹਦੀ ਹੀ ਬੰਦਗੀ ਕਰੀ ਜਾਂਦੇ ਹਨ। ਦਰਸ਼ਨ ਰੂਪ ਅਥਾ ਵਿਰਲੇ ਪਾਈਐ। ਪਰ ਉਹ ਵਿਰਲੇ ਸੰਸਾਰ ਦੇ ਉੱਤੇ ਨੇ ਜਿਹੜੇ ਕਿ ਉਹ ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਦੇ ਪੂਰਬਲੇ ਕਰਮਾਂ ਕਰਕੇ ਦਰਸ਼ਨ ਪਾ ਲੈਂਦੇ ਹਨ। ਕਰਮ ਪੂਰਾ ਗੁਰੂ ਪੂਰਾ ਜਾਂ ਕਾ ਬੋਲ। ਕਰਮ ਵੀ ਪੂਰੇ ਉਦੋਂ ਹੀ ਬਣਦੇ ਨੇ ਜਦੋਂ ਪੂਰਾ ਗੁਰੂ ਕਿਰਪਾ ਕਰਦਾ ਹੈ, ਜਦੋਂ ਜੀਵ ਪੂਰੇ ਗੁਰੂ ਦੇ ਹੀ ਬੋਲ ਬੋਲਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ। ਨਾਨਕ ਪੂਰਾ ਜੇ ਕਰੇ ਕਟੈ ਨਾਹੀ ਤੋਲ। ਜਿਨ੍ਹਾਂ ਦੇ ਉੱਤੇ ਨਿਰੰਕਾਰ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਉਹਨਾਂ ਨੂੰ ਪੂਰੇ ਬਣਾ ਦਿੰਦੇ ਨੇ, ਤੇ ਫਿਰ ਉਹਨਾਂ ਦੀ ਕੋਈ ਨਿੰਦਿਆ ਵੀ ਕਰਦਾ ਜਾਵੇ, ਕੋਈ ਉਹਨਾਂ ਨੂੰ ਫਰਕ ਨਹੀਂ ਪੈਂਦਾ, ਉਹ ਬੇਪਰਵਾਹ ਬਣ ਜਾਂਦੇ ਨੇ, ਉਹ ਪੂਰੇ ਤੋਲਦੇ ਨੇ। ਜਿਸ ਵੇਲੇ ਦਰਗਾਹ ਦੇ ਵਿੱਚ ਜਾ ਕੇ ਸਾਡੇ ਚਿੱਤਰਗੁਪਤ ਉਹਨਾਂ ਦਾ ਹਿਸਾਬ ਕਿਤਾਬ ਦਿੰਦੇ ਨੇ, ਤਾਂ ਉੱਥੇ ਉਹ ਪੂਰੇ ਉਤਰਦੇ ਨੇ, ਉਹਨਾਂ ਨੂੰ ਦੀ ਫਿਰ ਸਿਫਤ ਸਲਾਹ ਉੱਥੇ ਪਾਈ ਹੁੰਦੀ ਹੈ। ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ। ਮੁੱਠੀ ਤੰਦੇ ਚੋਰ ਮਹਲ ਨਾ ਪਾਈਐ। ਇਹ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ। ਕਹਿੰਦੇ ਜਦੋਂ ਆਪ ਕਿਰਪਾ ਕਰਦੇ ਹੋ, ਰਹਿਮ ਕਰਦੇ, ਜਾਂ ਤੂੰ ਤਾਂ ਕੀਆ ਹੋਰ ਮੈਂ ਸੱਚ ਸੁਣਾਈਏ।
ਜਦੋਂ ਆਪ ਜੀ ਕਿਰਪਾ ਕਰਦੇ ਜੀਵ ਦੇ ਕੋਲੋਂ ਜੋ ਵੀ ਕਰਾਉਣਾ ਚਾਹੁੰਦੇ ਹੋ ਉਹ ਜੀਵ ਕਰਦਾ ਹੈ। ਜਿਨ੍ਹਾਂ ਦੇ ਉੱਤੇ ਆਪ ਦੀ ਮਿਹਰ ਦੀ ਨਦਰ ਹੋ ਜਾਂਦੀ ਹੈ ਉਹਨਾਂ ਨੂੰ ਸੱਚ ਦਾ ਗਿਆਨ ਤੁਸੀਂ ਸੁਣਾ ਦਿੰਦੇ ਹੋ। ਮੁੱਠੀ ਧੰਦੇ ਚੋਰ ਮਹਲ ਨਾ ਪਾਈਏ। ਜਿਹੜੇ ਲੋਕ ਲੁਕ ਛੁਪ ਕੇ ਗਲਤ ਕੰਮ ਕਰਦੇ ਨੇ ਔਰ ਝੂਠ ਦਾ ਵਪਾਰ ਕਰਦੇ ਨੇ, ਇੱਥੇ ਜੀਵਨ ਨੂੰ ਅਜਾਈ ਵਿਸ਼ੇ ਵਿਕਾਰਾਂ ਦੇ ਵਿੱਚ ਕਹਿੰਦੇ ਵੀ ਉਹ ਬਤੀਤ ਕਰਦੇ ਨੇ। ਇੱਕ ਚੋਰ ਦੀ ਨਿਹਾਈ ਅੰਦਰ ਬੈਠ ਕੇ ਪਾਪ ਕਮਾਉਂਦੇ ਨੇ, ਉਹ ਪ੍ਰਮਾਤਮਾ ਵਾਹਿਗੁਰੂ ਦੇ ਮਹੱਲ ਨੂੰ ਨਹੀਂ ਪਾ ਸਕਦੇ। ਇਨੇ ਚਿਤ ਕਠੋਰ ਸੇਵ ਗਵਾਈ ਹੈ, ਜਿਤ ਕਟ ਸੱਚ ਨਾ ਪਾਏ ਸੋ ਪੰਨ ਕਢਾਈ ਹੈ। ਇਹ ਮਾਇਆ ਮੋਹ ਦੇ ਵਿੱਚ ਫਸੇ ਹੋਏ ਜਿਹੜੇ ਜੀਵ ਮਨਮੁਖ ਨੇ, ਇਹ ਤਾਂ ਬੜੇ ਕਠੋਰ ਹੁੰਦੇ ਨੇ, ਇਸ ਤਰ੍ਹਾਂ ਜਿੱਦਾਂ ਪੱਥਰ ਹੁੰਦਾ ਹੈ। ਇਹਨਾਂ ਦੇ ਚਿੱਤ ਇੰਨੇ ਕਠੋਰ ਹੋ ਜਾਂਦੇ, ਇਹਨਾਂ ਦੇ ਮੂਹਰੇ ਜੋ ਮਰਜ਼ੀ ਗਿਆਨ ਦਾ ਰੱਖੀ ਜਾਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜੇਤ ਘਟ ਸੱਚ ਨਾ ਪਾਏ ਸੋ ਭੰਨ ਕਢਾਈ। ਜਿਨ੍ਹਾਂ ਦੇ ਅੰਦਰ ਸੱਚੇ ਪਰਮਾਤਮਾ ਵਾਹਿਗੁਰੂ ਦਾ ਪਿਆਰ ਪਿਆ ਹੀ ਨਹੀਂ, ਉਹ ਵਾਰ-ਵਾਰ ਭੰਨ ਕਢਾਈਏ ਦਾ ਮਤਲਬ ਹੁੰਦਾ ਹੈ ਉਹ ਵਾਰ-ਵਾਰ ਸੰਸਾਰ ਤੇ ਜੰਮਦੇ ਤੇ ਮਰਦੇ ਹਨ। ਕਿਉਂ ਕਰ ਪੂਰੇ ਵਟ ਤੋਲ ਤੁਲਾਈਐ, ਕੋਈ ਨਾ ਆਖੇ ਘਟ ਹਉਮੈ ਜਾਈਐ। ਫਿਰ ਕਿਹੜੇ ਬੱਟਿਆਂ ਦੇ ਨਾਲ ਇਹਨਾਂ ਨੂੰ ਭਾਈ ਤੋਲੋਗੇ ਤੁਸੀਂ, ਕਿਉਂਕਿ ਇਹਨਾਂ ਦੇ ਵਿੱਚ ਤਾਂ ਗੁਣ ਕੋਈ ਨਹੀਂ ਹੁੰਦਾ ਹੈ। ਪਰ ਇਹ ਆਪਣੇ ਆਪ ਨੂੰ ਕਿਹੜੇ ਰੂਪ ਚ ਕਹਿੰਦੇ ਨੇ? ਕਹਿੰਦੇ ਕੋਈ ਨਾ ਆਖੇ ਘਟ ਹਉਮੈ ਜਾਈਐ। ਕਹਿੰਦੇ ਕੋਈ ਆਪਣੇ ਆਪ ਨੂੰ ਘੱਟ ਨਹੀਂ ਕਹਾਉਂਦਾ, ਹਾਂਜੀ, ਕੋਈ ਵੀ ਘੱਟ ਨਹੀਂ ਆਪਣੇ ਆਪ ਨੂੰ ਕਹਾਉਂਦਾ। ਕਹਿੰਦੇ ਸਭ ਤੋਂ ਜ਼ਿਆਦਾ ਮੈਂ ਹੀ ਗਿਆਨਵਾਨ ਹਾਂ, ਸਭ ਤੋਂ ਜ਼ਿਆਦਾ ਮੈਂ ਹੀ ਧਨਵਾਨ ਹਾਂ, ਸਭ ਤੋਂ ਜ਼ਿਆਦਾ ਮੈਂ ਵੱਡਾ ਮੈਂ ਹੀ ਰਾਜਾ ਹਾਂ, ਇਦੂ ਰੂਪ ਦੇ ਵਿੱਚ ਕਰੀ ਜਾਂਦੇ ਨੇ। ਪਰ ਜੇ ਕਿਤੇ ਗੁਰੂ ਨਿਰੰਕਾਰ ਕਿਰਪਾ ਕਰ ਦਵੇ, ਕਿਉਂ ਕਰ ਪੂਰੇ ਵੱਟ ਤੋਲ ਤਲਾਈਏ। ਕਹਿੰਦੇ ਵੀ ਉਹ ਜਿਹੜੇ ਇੱਕ ਹੋਰ ਦੂਸਰਾ ਦਾ ਅਰਥ ਇਹ ਨਿਕਲਦੇ ਨੇ, ਜਿਹੜੇ ਜੀਵ ਪਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਰੰਗੇ ਹੁੰਦੇ ਹਨ, ਜਿਨ੍ਹਾਂ ਨੇ ਨਾਮ ਧਨ ਇੰਨਾ ਇਕੱਠਾ ਕਰ ਲਿਆ। ਕਹਿੰਦੇ ਫਿਰ ਕਿਹੜਾ ਬੱਟਾ ਜੇ ਕਿਹਦੇ ਨਾਲ ਉਹਨੂੰ ਤੋਲੋਗੇ, ਕਿਉਂਕਿ ਉਹ ਬੱਟਾ ਬਣਿਆ ਹੀ ਨਹੀਂ। ਜਿਨ੍ਹਾਂ ਵਜਨ ਇਸ ਨਾਮ ਦੇ ਵਿੱਚ ਤਾਕਤ ਬਲ ਹੈ ਉਹ ਫਿਰ ਨਹੀਂ ਤੋਲੇ ਜਾਂਦੇ, ਕਿਉਂ ਉਹਨੇ ਕੋਈ ਨਾ ਆਖੇ ਘੱਟ, ਉਹਨਾਂ ਨੂੰ ਕੋਈ ਪ੍ਰਮਾਤਮਾ ਤੋਂ ਥੱਲੇ ਨਹੀਂ ਕੋਈ ਆਖੇਗਾ, ਕਿਉਂਕਿ ਉਹਨਾਂ ਨੇ ਅੰਦਰੋਂ ਹਉਮੈ ਦੀਰਘ ਰੋਗ, ਜਿਹੜੇ ਸਾਰੇ ਪਾਪਾਂ ਦੀ ਜੜ ਹੈ, ਸਾਰੇ ਰੋਗਾਂ ਦੀ ਜੜ ਹੈ, ਉਸ ਨੂੰ ਦੂਰ ਕਰਕੇ ਜਨ ਬਣ ਗਏ ਪ੍ਰਮਾਤਮਾ ਵਾਹਿਗੁਰੂ ਜੀ ਦੇ। ਲਇਨ ਖਰੇ ਪਰਖ ਦਰ ਬਿਨਾਈਐ, ਸੌਂਦਾ ਇਕਤ ਹਟ ਪੂਰੇ ਗੁਰ ਪਾਈਐ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਹੜੇ ਉਹ ਇਸ ਤਰ੍ਹਾਂ ਦੇ ਜੀਵ ਹੁੰਦੇ ਨੇ ਜਿਨ੍ਹਾਂ ਨੇ ਬੇਅੰਤ ਸੇਵਾ ਸੰਸਾਰ ਦੇ ਉੱਤੇ ਕੀਤੀ, ਨਾਮ ਕਮਾਇਆ। ਕਹਿੰਦੇ ਉਹ ਕੀ ਹੁੰਦੇ ਨੇ? ਲੈਨ ਖਰੇ ਪਰਖ ਦਰ ਬਿਨਾਈਐ। ਕਹਿੰਦੇ ਉਹਨਾਂ ਨੂੰ ਨਿਰੰਕਾਰ ਜੀ ਪਰਖ ਕੇ ਖਜ਼ਾਨੇ ਦੇ ਵਿੱਚ ਪਾ ਲੈਂਦੇ ਹਨ। ਬਿਨਾਈਐ, ਬਨਾਈਏ ਦਾ ਮਤਲਬ ਹੈ ਜਿਹੜਾ ਸੋਹਣਾ ਦਰ ਹੁੰਦਾ, ਉਦੋਂ ਦਰ ਦੇ ਵਿੱਚ ਸਿਆਣੇ ਸਰੂਪ ਬਣ ਕੇ ਉੱਤੇ ਖੜਦੇ ਨੇ। ਕਹਿੰਦੇ ਸੌਦਾ ਇਕਤ ਹਟ ਪੂਰੇ ਗੁਰ ਪਾਈਏ। ਉਹਨਾਂ ਨੇ ਇੱਕੋ ਹੀ ਸੌਦਾ ਲਿਆ, ਵਣਜ ਕੀਤੀ ਇੱਕੋ ਸੌਦੇ ਦੀ, ਉਹ ਅਕਾਲ ਪੁਰਖ ਦੇ ਨਾਮ ਦੀ, ਉਹਦੀ ਸੇਵਾ ਦੀ। ਤੇ ਉਹ ਕਿੱਥੋਂ ਲਈ, ਉਹਨਾਂ ਨੇ ਕਿੱਥੋਂ ਪ੍ਰਾਪਤ ਹੋਈ? ਗੁਰੂ ਦੀ ਸੱਚੀ ਸਤ ਸੰਗਤ ਦੀ ਹੱਟੀ ਦੇ ਵਿੱਚੋਂ, ਗੁਰੂ ਨਿਰੰਕਾਰ ਦੇ ਮਹਾਤਮਾ ਜਨਾਂ ਦੇ ਹੱਟ ਦੇ ਉੱਤੋਂ ਉਹਨਾਂ ਨੇ ਉਹ ਵਾਹਿਗੁਰੂ ਦੀ ਸਿਫਤ ਸਲਾਹ ਤੇ ਨਾਮ ਗਿਆਨ ਲੈ ਲਿਆ। ਨਾਮ ਜਪਣ ਦਾ ਵੀ ਵਿਧੀਆਂ ਸਿੱਖ ਲਈਆਂ, ਨਾਮ ਜਪਣ ਦੀਆਂ। ਇਹ ਸਭ ਕੁਝ ਨਿਰੰਕਾਰ ਦੀ ਸਤ ਸੰਗਤ ਦੇ ਵਿੱਚੋਂ, ਇਦੋਂ ਸੱਚੀ ਹੱਟੀ ਦੇ ਵਿੱਚੋਂ ਉਹਨਾਂ ਨੂੰ ਭਾਈ ਪ੍ਰਾਪਤ ਹੋਇਆ। ਸੱਚੀ ਹੱਟੀ ਤੋਂ, ਸਤ ਸੰਗਤ ਸਰੂਪੀ ਹੱਟੀ ਤੋਂ ਉਹਨਾਂ ਨੇ ਖਰੀਦਿਆ। ਸ਼ਲੋਕ ਮਹਿਲਾ ਦੂਜਾ। ਅੱਠੀ ਪਹਿਰੀ 8 ਖੰਡ, ਨਾਵਾਂ ਖੰਡ ਸਰੀਰ। ਨਿਰੰਕਾਰ ਜੀ ਧੰਨ ਗੁਰੂ ਅੰਗਦ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਹੁਣ ਜਦੋਂ ਸਿੱਖਾਂ ਨੇ ਬੇਨਤੀ ਆਣ ਕੇ ਕੀਤੀ ਭਈ 9 ਖੰਡ ਕਿਹੜੇ ਨੇ, ਵੀ 8 ਖੰਡ ਤਾਂ ਹੋ ਗਏ, ਇਹ 9 ਖੰਡ ਕਿਹੜੇ? 9 ਖੰਡ ਧਰਤੀ ਦੇ ਵੀ ਆਖੇ ਨੇ, ਪਰ ਵਾਹਿਗੁਰੂ ਨਿਰੰਕਾਰ ਜੀ ਨੇ ਇਹ ਗੱਲ ਕਹੇ ਨੇ ਕਿ ਦੇਖੋ ਦਿਨ ਰਾਤ ਦੇ ਜੋ 8 ਪਹਿਰ ਹੁੰਦੇ ਨੇ ਇਹਨਾਂ ਨੂੰ 8 ਖੰਡ ਰੱਖ ਲਵੋ ਤੇ 9ਵਾਂ ਖੰਡ ਇਹਦੇ ਵਿੱਚ ਰੱਖ ਦੇਵੋ ਸਰੀਰ ਨੂੰ। ਕਹਿੰਦੇ ਦੇਖੋ ਜਿਹੜੇ ਜੀਵ ਇਦੂ ਸੰਸਾਰ ਦੇ ਵਿੱਚ 8 ਪਹਿਰਾਂ ਦੇ ਵਿੱਚ ਇਦੂ ਰੂਪ ਦੇ ਵਿੱਚ ਵੀ ਨਿਰੰਕਾਰ ਜੀ ਕਹਿੰਦੇ ਨੇ ਵੀ ਹੁਣ ਇੱਕ ਤਾਂ ਇਹ ਹੋਗਾ ਵੀ 8 ਪਹਿਰ
ਤੇ ਨੌਵਾਂ ਵਿੱਚ ਸਰੀਰ, 9 ਖੰਡ ਬਣ ਗਿਆ ਇਹ। ਤਾਂ ਕਹਿੰਦੇ ਵੀ 8 ਹੋਰ ਚੀਜ਼ਾਂ ਵੀ ਨੇ, 5 ਕਾਮ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, 3 ਰਜੋ ਗੁਣ ਤਮੋ ਗੁਣ ਸਤੋ ਗੁਣ। ਇਹ 8 ਜਿਹੜੇ ਨੇ ਇਹਨਾਂ ਨੂੰ ਖੰਡਨ ਕਰ ਦੇਵੇ ਜਿਹੜਾ ਜੀਵ। ਇਹ ਵੀ 8 ਖੰਡ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਤੇ ਇਹ ਵੀ ਸਾਰੇ ਸਰੀਰ ਦੇ ਵਿੱਚ ਹੀ ਵਸੇ ਹੋਏ ਨੇ। 9ਵੇਂ ਖੰਡ ਦੇ ਅੰਦਰ ਹੀ ਇਹ ਸਭ ਕੁਝ ਵਸਿਆ ਹੋਇਆ ਹੈ। ਤਿਸ ਵਿੱਚ ਨੌ ਨਿਧ ਨਾਮ ਏਕ ਪਲ ਹੈ ਗੁਣੀ ਗਹੀਰ। ਇਹ ਸੰਸਾਰ ਦੇ ਉੱਤੇ ਉਹ ਜੀਵਾਂ ਨੂੰ ਪਤਾ ਭੁੱਲ ਗਿਆ ਇਦੂ ਚੀਜ਼ ਦਾ ਕਿ ਇਹਨੂੰ ਸਰੀਰ ਦੇ ਵਿੱਚ ਉਹ ਦਾਤੇ ਨੇ 9 ਨਿਧੀਆਂ ਵੀ ਟਿਕਾਈਆਂ ਹੋਈਆਂ ਹਨ। ਕਹਿੰਦੇ ਇਹ ਭਾਲੇ ਗੁਣੀ ਗਹੀਰ। ਪਰ ਕੋਈ ਐਸਾ ਸਿਆਣਾ ਜਿਹੜਾ ਜੀਵ ਹੈ ਨਿਰੰਕਾਰ ਦੇ ਵੱਲੋਂ ਜਿਹਦੇ ਉੱਤੇ ਕਿਰਪਾ ਹੋ ਗਈ, ਉਹੀ ਭਾਈ ਇਹਨਾਂ ਦਾਤਾਂ ਨੂੰ ਤੇ ਇਹਨਾਂ ਔਗਣਾਂ ਨੂੰ ਪਛਾਣ ਸਕਦਾ ਹੈ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਔਰ ਨਿਰੰਕਾਰ ਜੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਇਦਾਂ ਕਰ, ਜਿਹੜੇ 8 ਚੀਜ਼ਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਉਸ ਤੋਂ ਉਪਰੰਤ ਰਜੋ ਗੁਣ ਤਮੋ ਗੁਣ ਸਤੋ ਗੁਣ, ਇਹ ਬਣ ਗਈਆਂ ਨੇ ਭਾਈ 8 ਚੀਜ਼ਾਂ। 9ਵਾਂ ਖੰਡ ਜਿਹੜਾ ਤੇਰਾ ਸਰੀਰ ਆ, ਇਹਦੇ ਵਿੱਚੋਂ ਇਹਨਾਂ ਨੂੰ ਦੂਰ ਕਰ, ਕੱਢ ਦੇ। ਇਹਨਾਂ ਨੂੰ ਕੱਢ ਕੇ ਇੱਥੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਵੱਲੋਂ ਬਖਸ਼ਿਸ਼ ਕੀਤੇ ਹੋਏ ਉਹ ਗੁਣਾਂ ਦਾ ਧਾਰਨੀ ਹੋ ਜਾ। ਸੇਵਾ ਸਿਮਰਨ ਸਤ ਸੰਤੋਖ ਦਇਆ ਧਰਮ। ਕਹਿੰਦੇ ਇਸ ਤਰ੍ਹਾਂ ਦੇ ਗੁਣਾਂ ਦੇ ਵਿੱਚ, ਗੁਣਾਂ ਨੂੰ ਹਿਰਦੇ 'ਚ ਵਸਾ ਕੇ ਇਹਦੇ ਉੱਤੇ ਹੁਣ ਜੀਵਨ ਆਪਣਾ ਬਤੀਤ ਕਰਨਾ ਸ਼ੁਰੂ ਕਰ ਦੇ। ਇਹ ਕਰਮਵੰਤੀ, ਇਹ ਕਰਮ ਕਰਕੇ ਉਹ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਜਿਹੜਾ ਉੱਚਾ ਸੁੱਚਾ ਸਾਰੇ ਪੀਰਾਂ ਦਾ ਪੀਰ ਹੈ, ਉਸ ਦੀ ਵੇ ਤੂੰ ਆਰਾਧਨਾ ਕਰ, ਉਸ ਨੂੰ ਜਪ, ਉਸ ਦਾ ਸ਼ੁਕਰਾਨਾ ਕਰ, ਉਸ ਦੇ ਗੁਣ ਗਾ। ਚੌਥੇ ਪਹਿਰ ਸਬਾਹ ਕੈ ਸੁਰਤਿਆਂ ਉਪਜੈ ਚਾਓ। ਕਹਿੰਦੇ ਚੌਥੇ ਪਹਿਰ ਸਬਾਹ ਕੇ, ਸਬਾਹ ਹੁੰਦਾ ਅੰਮ੍ਰਿਤ ਵੇਲਾ। ਕਹਿੰਦੇ ਅੰਮ੍ਰਿਤ ਵੇਲੇ ਰਾਤ ਦੇ ਚੌਥੇ ਪਹਿਰ ਦੇ ਵਿੱਚ, ਕਹਿੰਦੇ 4 ਪਹਿਰ ਰਾਤ ਦੇ ਹੁੰਦੇ ਨੇ, 4 ਹੀ ਪਹਿਰ ਦੇ ਵਿੱਚ ਜਿਹੜਾ ਅੰਮ੍ਰਿਤ ਵੇਲਾ ਆਉਂਦਾ ਹੈ ਉਸ ਨੂੰ ਸੰਭਾਲ ਕੇ ਉਹ ਆਪਣੇ ਅੰਦਰੋਂ ਆਲਸਪੁਣੇ ਨੂੰ ਦੂਰ ਕਰਕੇ, ਆਪਣੇ ਅੰਦਰੋਂ ਉਤਸ਼ਾਹ ਚਾਹ ਨੂੰ ਪੈਦਾ ਕਰਕੇ ਨਿਰੰਕਾਰ ਵਾਹਿਗੁਰੂ ਜੀ ਦੇ ਗੁਣ ਗਾ। ਤਿਨਾਂ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਉ। ਕਹਿੰਦੇ ਵੀ ਇਸ ਤਰ੍ਹਾਂ ਦੇ ਜਿਹੜੇ ਜੀਵ ਨੇ, ਦਰਿਆਵਾਂ ਦਾ ਮਤਲਬ ਹੁੰਦਾ ਆ ਉਹ ਜਿਹੜੇ ਮਹਾਤਮਾ ਜਨ ਨੇ। ਹੁਣ ਦਰਿਆਵਾਂ ਨੂੰ ਕਿਉਂ ਇੱਥੇ ਵਾਹਿਗੁਰੂ ਜੀ ਨੇ ਦਰਿਆਵਾਂ ਨੂੰ ਕਿਉਂ ਆਖਿਆ ਹੈ? ਜਿਹੜਾ ਦਰਿਆ ਦਾ ਪਾਣੀ ਸਾਫ਼ ਸੁਥਰਾ ਹੋਊਗਾ ਭਾਈ, ਉਹਦੇ ਵਿੱਚ ਜੀਵ ਜਾ ਕੇ ਇਸ਼ਨਾਨ ਕਰਨਗੇ। ਗੰਦਲੇ ਪਾਣੀ ਦੇ ਵਿੱਚ, ਜਿਹੜੇ ਦਰਿਆ ਦੇ ਵਿੱਚ ਗੰਦਾ ਪਾਣੀ ਪੈਂਦਾ ਹੋਊ, ਸ਼ਹਿਰ ਦੀ ਸਾਰੀ ਵਿਸਟਾ ਪੈ ਰਹੀ ਹੋਊ, ਉਹਦੇ ਵਿੱਚ ਤੁਸੀਂ ਕਿਸੇ ਨੂੰ ਇਸ਼ਨਾਨ ਕਰਦੇ ਨਹੀਂ ਦੇਖੋਗੇ। ਪਸ਼ੂ ਤਾਂ ਭਾਵੇਂ ਉਹਦੇ ਵਿੱਚ ਵੜ ਜਾਣਗੇ, ਪਰ ਜੀਵ ਨਹੀਂ ਕੋਈ ਉਹਦੇ ਵਿੱਚ ਵੜੂਗਾ। ਇਸ ਕਰਕੇ ਕਹਿੰਦੇ ਨੇ ਵੀ ਇਹ ਜਿਹੜੇ ਦਰਿਆ ਨੇ, ਜਿਹੜੇ ਸਾਫ਼ ਸੁਥਰੇ ਦਰਿਆ ਨੇ, ਤੇ ਨਾ ਉਹਨਾਂ ਦਰਿਆਵਾਂ ਦੇ ਨਾਲ ਦੋਸਤੀ ਪਾ। ਉਹ ਜਿਸ ਤਰ੍ਹਾਂ ਤੂੰ ਜਾ ਕੇ ਸਾਫ਼ ਸੁਥਰੇ ਪਾਣੀ 'ਚ ਇਸ਼ਨਾਨ ਕਰਦਾ, ਇਸੇ ਤਰ੍ਹਾਂ ਸੰਗਤ ਸਰੂਪੀ ਆਣ ਕੇ, ਸੰਗਤ ਦੇ ਵਿੱਚ ਆਣ ਕੇ, ਉੱਚੀ ਸੁੱਚੀ ਸੰਗਤ ਦੇ ਵਿੱਚ ਆਣ ਕੇ ਨਾਮ ਦੇ ਨਾਲ ਅੰਦਰਲਾ ਵੀ ਇਸ਼ਨਾਨ ਕਰ। ਫਿਰ ਕਹਿੰਦੇ ਉਹ ਤੇਰੀ ਉਹਨਾਂ ਦੇ ਨਾਲ ਜਿਹੜੇ ਜੀਵ ਉੱਥੇ ਨੇ ਉਹਨਾਂ ਨਾਲ ਦੋਸਤੀ ਪਾ ਲਾ, ਤੇ ਹੋਏਗਾ ਕਿ ਜਿਹੜੇ ਕਿ ਮਨ, ਤੇਰਾ ਜਿਹੜਾ ਮਨ ਹੈ, ਮੁਖ, ਉਹਦੇ ਦੇ ਵਿੱਚੋਂ ਸੱਚੇ ਨਾਮ ਦੀ ਹੀ ਵਡਿਆਈ ਨਿਕਲੇਗੀ। ਉਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ। ਭਾਈ ਇਸ ਰੂਪੀ ਜਿਹੜੀ ਸਤ ਸੰਗਤ ਹੁੰਦੀ ਹੈ, ਉੱਥੇ ਤਾਂ ਅੰਮ੍ਰਿਤ ਨਾਮ ਹੀ ਵੰਡਿਆ ਜਾਂਦਾ ਹੈ। ਅੰਮ੍ਰਿਤ ਦੇ ਨਾਮ ਦੀ ਹੀ ਉੱਥੇ ਭਾਗਾਂ ਵਾਲੇ ਜਿਹੜੇ ਹੁੰਦੇ ਨੇ ਭਾਈ, ਉਹ ਉਸ ਦੀ ਸਿਫਤ ਸਲਾਹ ਕਰਦੇ ਨੇ, ਤੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਉਹ ਕਰਮ ਕਰਨ ਦਾ ਵੀ ਗਿਆਨ ਉੱਥੋਂ ਪ੍ਰਾਪਤ ਹੁੰਦਾ, ਜਿਹੜੇ ਪ੍ਰੀਤਮ ਜੀ ਨੂੰ ਪਿਆਰੇ ਕਰਮ ਲੱਗਦੇ ਨੇ, ਜਿਨ੍ਹਾਂ ਦੇ ਰਾਹੀਂ ਅਸੀਂ ਪਰਮਾਤਮਾ ਦੇ ਮਾਰਗ ਦੇ ਉੱਤੇ ਚੱਲਦੇ ਹਾਂ, ਚਲਾ ਗੁਰੂ ਨਿਰੰਕਾਰ ਦੀ ਕਿਰਪਾ ਨਾਲ ਚੱਲ ਸਕਦੇ ਹਾਂ। ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ। ਜਿੱਦਾਂ ਕਹਿੰਦੇ ਕੰਚਨ, ਕੰਚਨ ਕਹਿੰਦੇ ਨੇ ਸੋਨਾ, ਸੋਨੇ ਨੂੰ ਵਾਰ-ਵਾਰ ਖੁਟਾਲੀ ਦੇ ਵਿੱਚ ਪਾਇਆ ਜਾਂਦਾ। ਇਹਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਹੋਰ ਦਵਾਈਆਂ ਵੀ ਪਾਈਆਂ ਜਾਂਦੀਆਂ ਨੇ ਇਹਨੂੰ ਪਵਿੱਤਰ ਕਰਨ ਲਈ। ਪਵਿੱਤਰ ਜਦੋਂ ਸੋਨਾ ਹੋ ਜਾਂਦਾ, ਫਿਰ ਸਿਆਣਿਆਂ ਨੂੰ ਇੱਕ ਨਾਮ ਦਿੱਤਾ, ਕਹਿੰਦੇ ਇਹ 24 ਕੈਰਟ ਦਾ ਸੋਨਾ, ਇਹਦੇ ਵਿੱਚ ਰਤਾ ਵੀ ਮੈਲ ਨਹੀਂ ਹੈ। ਪਰ ਉਹ ਸੋਨੇ ਨੂੰ ਬਹੁਤ ਵਾਰ ਅੱਗ ਦੇ ਉੱਤੇ ਜਲਣਾ ਪੈਂਦਾ ਭਾਈ। ਅਨੇਕਾਂ ਉਹਦੇ ਵਿੱਚ ਦਵਾਈਆਂ ਪਾਈਆਂ ਜਾਂਦੀਆਂ ਨੇ, ਅਨੇਕਾਂ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਉਹਨੂੰ ਸਾਫ਼ ਕੀਤਾ ਜਾਂਦਾ। ਕਹਿੰਦੇ ਇਸੇ ਤਰ੍ਹਾਂ ਤੇਰਾ ਜਿਹੜਾ ਸਰੀਰ ਹੈ, ਇਹਦੇ ਵਿੱਚ ਜਿਹੜੇ ਵਿਸ਼ੇ ਵਿਕਾਰ ਨੇ, ਇਹ ਸਾਰੀ ਜਨਮ ਜਨਮਾਂਤਰ ਤੇਰੇ ਅੰਦਰ ਜਿਹੜੀ ਮੈਲ ਚੜੀ ਹੋਈ ਆ, ਇਸ ਮੈਲ ਨੂੰ ਨਾਮ ਦੀ ਕਿਰਪਾ ਦੇ ਨਾਲ ਦੂਰ ਕਰ ਦੇ। ਦੂਰ ਕਰਕੇ
ਸ਼ੁਭ ਗੁਣਾਂ ਦਾ ਧਾਰਨੀ ਬਣ ਜਾ, ਇਹ ਸਰੀਰ ਨੂੰ 24 ਕੈਰਟ ਸੋਨੇ ਵਰਗਾ ਪਵਿੱਤਰ ਬਣਾ ਲਾ। ਕਹਿੰਦੇ ਜਿਸ ਵੇਲੇ ਤੂੰ ਇਹਨੂੰ ਬਣਾ ਲਵੇਂਗਾ ਤੇ ਇਹਦੇ ਉੱਤੇ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦਾ ਜਦੋਂ ਰੰਗ ਚੜ ਗਿਆ ਤੇ ਫਿਰ ਕਹਿੰਦੇ ਕੀ ਹੁੰਦਾ ਹੈ, ਉਹ ਨਾਮ ਦਾ ਰੰਗ ਚੜਨ ਤੋਂ ਉਪਰੰਤ ਕੀ ਹੋਵੇਗਾ? ਜੇ ਹੋਵੇ ਨਦਰ ਸਰਾਫ ਕੀ ਬਹੁੜ ਨ ਪਾਈ ਤਾਓ। ਫਿਰ ਕੀ ਪ੍ਰਾਪਤ ਹੋਏਗਾ? ਕਹਿੰਦੇ ਜੇ ਹੋਵੇ ਨਦਰ ਸਰਾਫ ਕੀ, ਸਰਾਫ ਇੱਥੇ ਪ੍ਰਮਾਤਮਾ ਦੀ, ਜੇ ਫਿਰ ਤੇਰੇ ਉੱਤੇ ਇਦਾਂ ਦਾ ਸਰੂਪ ਤੂੰ ਬਣਾ ਲਵੇਂ, ਤੇਰੇ ਉੱਤੇ ਨਿਰੰਕਾਰ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਫਿਰ ਕੀ ਹੁੰਦਾ? ਬੋੜ ਨਾ ਪਾਈ ਤਾਓ। ਕਹਿੰਦੇ ਫਿਰ ਤੂੰ ਜਨਮ ਮਰਨ ਦੇ ਵਿੱਚ ਵਾਰ-ਵਾਰ ਨਹੀਂ ਆਵੇਂਗਾ। ਸਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ। ਹੁਣ 8 ਪੈਰ ਹੁੰਦੇ ਨੇ, ਇੱਥੇ 7 ਪੈਰਾਂ ਦੀ ਨਿਰੰਕਾਰ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਹਿੰਦੇ ਦੇਖ ਜਿਹੜਾ ਸੱਚ 7 ਪੈਰ ਹੈ, ਇਹ 7 ਪੈਰਾਂ ਦੇ ਵਿੱਚ ਤਾਂ ਸੋਣਾ ਵੀ ਹੈ, ਇਹ 7 ਪੈਰਾਂ ਦੇ ਵਿੱਚ ਤਾਂ ਕਮਾਈ ਵੀ ਕਰਨੀ ਹੈ, ਇਹਨਾਂ 7 ਪੈਰਾਂ ਦੇ ਵਿੱਚ ਤੂੰ ਪਰਿਵਾਰ ਨੂੰ ਪਾਲਣ ਵਾਸਤੇ ਰੋਜੀ ਰੋਟੀ ਵੀ ਕਮਾਉਣੀ ਹੈ। ਕਹਿੰਦੇ 7 ਪੈਰਾਂ ਦੇ ਵਿੱਚ ਖਿਆਲ ਰੱਖੀ, ਸੁਚੇਤ ਹੋ ਜੀ, ਇਹ ਮੱਤ ਨੂੰ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖੀ। ਔਰ ਕਹਿੰਦੇ 7 ਪੈਰਾਂ ਦੇ ਵਿੱਚ ਸੱਚ ਬੋਲੀ ਤੇ ਭਲਾ ਕਰੀ ਲੋਕਾਂ ਦਾ। ਤੇ ਕੀ 8ਵਾਂ ਪੈਰ ਫੇ ਕੀ ਕਰਨਾ? ਕਹਿੰਦਾ ਭਲਾ ਪੜਿਆ, ਕਹਿੰਦੇ 7 ਪੈਰੀ ਸਤ ਭਲਾ ਵਹੀਏ ਪੜਿਆ ਪਾਸ। ਕਹਿੰਦੇ ਫਿਰ ਉਹ 8ਵੇਂ ਪੈਰ ਦੇ ਵਿੱਚ ਇੱਕ ਸਮਾਂ ਕੱਢ ਰੋਜ਼ਾਨਾ ਜੀਵਨ ਦੇ ਵਿੱਚੋਂ 8ਵਾਂ ਪਹਿਰ, ਕਹਿੰਦੇ ਉਹ ਫਿਰ ਜਿਹੜੇ ਦਿੱਤੇ ਨਿਰੰਕਾਰ ਵਾਹਿਗੁਰੂ ਦੇ ਮਹਾਤਮਾ ਦੀ ਸੰਗਤ ਹੁੰਦੀ ਆ, ਉੱਥੇ ਬੈਠ ਕੇ ਤੂੰ ਬ੍ਰਹਮ ਵੇਤੇ ਦੀ ਸੰਗਤ ਦੇ ਵਿੱਚ ਬੈਠ ਕੇ ਕਹਿੰਦੇ ਉਹ ਨਾਮ ਦਾ ਤੇ ਭਗਵਾਨ ਦੇ ਕਿਰਪਾ ਦਾ, ਭਗਵਾਨ ਦੇ ਗਿਆਨ ਦਾ ਲਾਹਾ ਲੈ। ਉਥੇ ਪਾਪ ਪੁੰਨ ਵਿਚਾਰੀਐ ਕੂੜਾ ਕੱਟੈ ਰਾਸ। ਕਹਿੰਦੇ ਇਹ ਉਹੀ ਜਗ੍ਹਾ ਹੈ ਜਿੱਥੇ ਵੇ ਪਾਪਾਂ ਤੇ ਪੁੰਨਾਂ ਦੀ ਵਿਚਾਰ ਹੁੰਦੀ ਹੈ। ਉੱਥੇ ਪਤਾ ਲੱਗਦਾ ਵੀ ਆਹ ਕਰਮ ਕਰੋਗੇ ਇਹ ਸਾਨੂੰ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਣਗੇ, ਆਹ ਕਰਮ ਕਰੋਗੇ ਪ੍ਰਮਾਤਮਾ ਦੇ ਸਾਨੂੰ ਲਾਗੇ ਲੈ ਕੇ ਚਲੇ ਜਾਣਗੇ। ਤੇ ਉੱਥੇ ਵੇ ਕੀ ਹੁੰਦਾ? ਇਹ ਇਸ ਤਰ੍ਹਾਂ ਦਾ ਸਾਰਾ ਜਿਹੜਾ ਹੈ ਵਿਚਾਰਾਂ ਹੁੰਦੀਆਂ ਨੇ। ਉਹ ਵਿਚਾਰਾਂ ਦੇ ਰਾਹੀਂ ਜਿਹੜੇ ਗੁਰਮੁਖ ਨੇ ਉਹ ਫਿਰ ਉਹ ਕਾਰਜ ਨੂੰ, ਉਹ ਕੰਮ ਕਰਦੇ ਨੇ ਜਿਹੜੇ ਪ੍ਰਮਾਤਮਾ ਨੂੰ ਫਿਰ ਮਨਜ਼ੂਰ ਹੋ ਜਾਂਦੇ ਨੇ। ਕਹਿੰਦੇ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ। ਕਹਿੰਦੇ ਜਿਹੜੇ ਕੂੜੇ ਹੁੰਦੇ ਨੇ ਉਹਨਾਂ ਨੂੰ, ਕੂੜ ਨੂੰ ਦੂਰ ਕਰਨਾ, ਪ੍ਰਮਾਤਮਾ ਦੇ ਗੁਣਾਂ ਦੇ ਧਾਰਨੀ ਹੋਣਾ, ਇਹ ਗਿਆਨ ਫਿਰ ਆਪਾਂ ਨੂੰ ਉੱਥੋਂ ਨਸੀਬ ਹੋਵੇਗਾ। ਉਥੇ ਖੋਟੇ ਸੱਟੀਏ ਖਰੇ ਕੀਚੇ ਸਾਬਾਸ। ਇਸੇ ਰੂਪ ਦੇ ਵਿੱਚ ਉੱਥੋਂ ਫਿਰ ਆਪਾਂ ਨੂੰ ਗਿਆਨ ਹੋ ਜਾਂਦਾ। ਜਿਹੜੇ ਜੀਵ ਇੱਥੋਂ ਖੋਟੀ ਵਣਜ ਕਰਕੇ ਜਾਂਦੇ ਨੇ, ਹਨੇਰੇ ਦੇ ਵਿੱਚ ਜੀਵਨ ਨੂੰ ਅਜਾਈ ਗਵਾ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਫਿਰ ਦਰਗਾਹ ਤੋਂ ਬਾਹਰ ਸੁੱਟਿਆ ਜਾਂਦਾ ਹੈ। ਤੇ ਉਹ ਫਿਰ ਪੁੱਛੋ ਵੀ ਭਾਈ ਉਹ ਵੀ ਜਾ ਕੇ ਕਿਹਦੇ ਮੋਹਰੇ ਫਰਿਆਦ ਕਰਨ? ਖਰੇ ਕੀਚੇ ਸਾਬਾਸ। ਖੋਟੇ ਉੱਥੇ ਖੋਟੇ ਸਿੱਟੀਏ, ਖੋਟਿਆਂ ਨੂੰ ਸੁੱਟਿਆ ਜਾਂਦਾ ਹੈ। ਤੇ ਜਿਹੜੇ ਪੁਰਸ਼ ਪਰਮਾਤਮਾ ਵਾਹਿਗੁਰੂ ਦੇ ਵੱਲੋਂ ਇਦੋਂ ਸੰਸਾਰ ਦੇ ਉੱਤੇ ਬੰਦਗੀ ਕਰਕੇ, ਨਾਮ ਜਪ ਕੇ ਔਰ ਸੇਵਾ ਸਿਮਰਨ ਦੇ ਵਿੱਚ ਜੀਵਨ ਬਤੀਤ ਕਰਕੇ ਇਸ ਤਰ੍ਹਾਂ ਦੇ ਜਿਹੜੇ ਕਰਮ ਕਰਦੇ ਨੇ, ਉਹਨਾਂ ਨੂੰ ਨਿਰੰਕਾਰ ਵਾਹਿਗੁਰੂ ਜੀ ਆਪਣੇ ਪਾਸ ਬਹਾਲ ਲੈਂਦੇ ਹਨ। ਬੋਲਨ ਫਾਦਲ ਨਾਨਕਾ ਦੁੱਖ ਸੁਖ ਖਸਮੈ ਪਾਸ। ਕਹਿੰਦੇ ਦੇਖੋ ਨਿਰੰਕਾਰ ਵਾਹਿਗੁਰੂ ਜੀ ਕਹਿੰਦੇ ਨੇ ਵੀ ਫਾਦਲ, ਇੱਥੇ ਕਹਿੰਦੇ ਨੇ ਫਜ਼ੂਲ। ਐਵੇਂ ਹੀ ਕਹਿੰਦੇ ਗੱਲਾਂ ਫਜ਼ੂਲ ਕਾਹਤੇ ਕਰਨ ਦਾ ਕੀ ਫਾਇਦਾ ਹੈ? ਇਹ ਜਿਹੜੇ ਦੁੱਖ ਤੇ ਸੁੱਖ ਨੇ, ਉੱਚਾ ਨੀਵਾਂ, ਗਰੀਬੀ ਅਮੀਰੀ, ਜੋ ਵੀ ਸਭ ਕੁਝ ਹੈ ਇਹ ਪ੍ਰੀਤਮ ਵਾਹਿਗੁਰੂ ਜੀ ਦੇ ਹੀ ਹੱਥ ਦੇ ਵਿੱਚ ਹੈ। ਮਹਿਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਹੁਣ ਇੱਥੇ ਜਿਹੜਾ ਮਹਲਾ ਦੂਜਾ ਕਹਿ ਕੇ ਜਿਸ ਨੇ ਨਿਰੰਕਾਰ ਜੀ ਨੇ ਪਹਿਲਾ ਸ਼ਲੋਕ ਇਹ ਆਂਦਾ ਹੈ ਭਾਈ, ਜਦੋਂ ਨਿਰੰਕਾਰ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਤ ਦੇ ਉੱਤੇ ਸ਼ਲੋਕ ਰੂਪ, ਇਹਨਾਂ ਦੋਨਾਂ ਦੇ ਵਿੱਚ ਫਰਕ ਹੈ। ਜਪਜੀ ਸਾਹਿਬ ਦੇ ਵਿੱਚ ਪਵਨ ਹੈ, ਇੱਥੇ ਪੌਣ ਹੈ, ਇੱਥੇ ਦਿਵਸ, ਉੱਥੇ ਦਿਵਸ ਹੈ, ਇੱਥੇ ਦਿਨਸ ਹੈ, ਉੱਥੇ ਵਾਚੇ ਹੈ, ਇੱਥੇ ਵਾਜੇ ਹੈ, ਉੱਥੇ ਕੇਤੀ ਛੁੱਟੀ ਨਾਲ, ਇੱਥੇ ਹੋਰ ਕੇਤੀ ਛੁੱਟੀ ਨਾਲ, ਥੋੜਾ ਜਿਹਾ ਫਰਕ ਰੱਖ ਦਿੱਤਾ। ਪਰਮਾਤਮਾ ਬਿਲਕੁਲ ਉਹੀ ਨਿਕਲਦਾ ਹੈ। ਕਹਿੰਦੇ ਜਿਹੜੀ ਹਵਾ ਹੈ ਇਹ ਗੁਰੂ ਰੂਪੀ ਹੈ, ਇਹਦੇ ਬਗੈਰ ਅਸੀਂ ਜੀ ਨਹੀਂ ਸਕਦੇ। ਇਸੇ ਤਰ੍ਹਾਂ ਜੀਵ ਇਹਦੇ ਕੋਲੋਂ ਗਿਆਨ ਲੈ, ਤੂੰ ਗੁਰੂ ਤੋਂ ਬਗੈਰ ਜੀ ਨਹੀਂ ਸਕੇਗਾ, ਗਤੀ ਨਹੀਂ ਪਾ ਸਕੇਗਾ। ਪਾਣੀ ਪਿਤਾ ਦੇ ਸਮਾਨ ਹੈ, ਪਾਣੀ ਤੋਂ ਬਗੈਰ ਵੀ ਆਪਾਂ ਜੀ ਨਹੀਂ ਸਕਦੇ। ਇਸ ਕਰਕੇ ਕਹਿੰਦੇ ਵੀ ਪਾਣੀ ਜਿਹੜਾ ਹੈ ਉਹਦੀ ਕਦਰ ਕਰ, ਜਿੱਦਾਂ ਤੂੰ ਪਿਓ ਆਪਣੇ ਦੀ ਕਦਰ ਕਰਦਾ ਸੰਸਾਰ ਤੇ ਇੱਜ਼ਤ ਮੰਨਦਾ ਨਾ, ਇਸੇ ਤਰ੍ਹਾਂ ਪਾਣੀ ਦੀ ਵੀ
ਕਦਰ ਕਰ। ਤੇ ਮਾਤਾ ਧਰਤ ਮਹਾ, ਤੇ ਜਿਹੜੀ ਮਾਤਾ ਇਹ ਧਰਤੀ ਹੈ ਅਨੇਕਾਂ ਤਰ੍ਹਾਂ ਦੇ ਇਹਦੇ ਵਿੱਚੋਂ ਫਲ ਪਦਾਰਥ ਔਰ ਅਨਾਜ ਅਨੇਕਾਂ ਚੀਜ਼ਾਂ ਇਹ ਧਰਤੀ ਤੈਨੂੰ ਖਾਣ ਵਾਸਤੇ, ਜੀਵਨ ਦਾ ਨਿਰਵਾਹ ਕਰਨ ਵਾਸਤੇ ਦਿੰਦੀ ਹੈ ਭਾਈ। ਔਰ ਇਹ ਧਰਤੀ ਜਿਹੜੀ ਹੈ ਇਹ ਮਾਂ ਬਣ ਕੇ ਤੈਨੂੰ ਪਾਲਦੀ ਹੈ। ਦਿਨ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਜਦੋਂ ਨਵਾਂ ਬੱਚਾ ਜੰਮਦਾ ਨਾ ਉਹਨੂੰ ਫੇਰ ਦਾਈ ਤੇ ਦਾਇਆ, ਜਾਣੀ ਕਿ ਦਾਈ ਜਿਹੜੀ ਹੁੰਦੀ, ਜਿਹੜੀ ਬੱਚੇ ਨੂੰ, ਜਿਹਨੂੰ ਅਸੀਂ ਮਿਡਵਾਈਫ ਅੰਗਰੇਜ਼ੀ ਦੇ ਵਿੱਚ ਆਖਦੇ ਹਾਂ, ਪੁਰਾਣੇ ਸਮੇਂ ਦੇ ਵਿੱਚ ਉਹ ਦਾਈ ਉਹ ਬੱਚੇ ਨੂੰ ਪਹਿਲਾਂ ਖਿਲਾਇਆ ਕਰਦੀ ਹੁੰਦੀ ਸੀ, ਉਹਦਾ ਜਿਹੜਾ ਘਰ ਵਾਲਾ ਸੀ ਉਹ ਖਿਲਾਇਆ ਕਰਦਾ ਹੁੰਦਾ ਸੀ। ਇਸੇ ਤਰ੍ਹਾਂ ਕਹਿੰਦੇ ਦਿਨ ਰਾਤ ਸਾਡੇ ਦਾਈ ਤੇ ਦਾਇਆ ਹਨ। ਰਾਤ ਜਿਹੜੀ ਸਾਡੀ ਸੌਣ ਵਾਸਤੇ ਹੈ, ਦਿਨ ਸਾਡਾ ਕਮਾਉਣ ਵਾਸਤੇ ਹੈ। ਰਾਤ ਨੂੰ ਜਦੋਂ ਜੀਵ ਸੌਂ ਜਾਂਦਾ ਉਹ ਏਡੂ ਕਈ ਵਾਰ ਇੰਨੀ ਡੂੰਘੀ ਨੀਂਦ ਸੌਂਦਾ, ਸਮਝ ਲਓ ਮਰਿਆ ਰੂਪੀ ਹੋ ਜਾਂਦਾ। ਫਿਰ ਉਹ ਜਦੋਂ ਦਿਨ ਚੜ੍ਹਦਾ ਉਹ ਨਵਾਂ ਉਹਦਾ ਜੀਵਨ ਹੁੰਦਾ ਹੈ। ਇਸੇ ਕਰਕੇ ਆਪਾਂ ਸੋਲਾ ਸਾਹਿਬ ਦੀ ਬਾਣੀ ਅੰਤ ਦੇ ਉੱਤੇ ਪੜ੍ਹਦੇ ਹਾਂ, ਇਹ ਦਿਨ ਰਾਤ ਸਾਨੂੰ ਬੱਚਿਆਂ ਵਾਂਗੂ ਖਿਡਾਉਂਦੇ ਹਨ ਤੇ ਸਾਰਾ ਸੰਸਾਰ ਹੀ ਇਹ ਖੇਡ ਦੇ ਵਿੱਚ ਖੇਡ ਰਿਹਾ ਹੈ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਸਾਡੇ ਕੀਤੇ ਹੋਏ ਚੰਗੇ ਕਰਮ ਤੇ ਮਾਰੇ ਕਰਮ ਅਕਾਲ ਪੁਰਖ ਹਰ ਵੇਲੇ ਦੇਖ ਰਿਹਾ ਹੁੰਦਾ ਹੈ। ਧਰਮ ਹਦੂਰ, ਧਰਮ ਰਾਜ ਵੀ ਇਹ ਉਹ ਸਾਰੇ ਸਾਡੇ ਕਰਮ ਦੇਖ ਰਿਹਾ ਹੁੰਦਾ ਹੈ। ਚਿੱਤਰ ਗੁਪਤ ਉਕਤ ਕਰਮ ਲਿਖ ਰਹੇ ਹੁੰਦੇ ਹਨ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਰਮਾਤਮਾ ਤੇ ਕਿਸੇ ਦੇ ਕੋਲੋਂ ਦੂਰ ਨਹੀਂ, ਪਰ ਆਪਣੇ ਕਰਮਾਂ ਦੇ ਨਾਲ ਜੀਵ ਮਿਲ ਸਕਦਾ, ਆਪਣੇ ਕੀਤੇ ਹੋਏ ਖੋਟੇ ਕਰਮਾਂ ਦੇ ਨਾਲ ਦੂਰ ਹੋ ਜਾਂਦਾ। ਵੀ ਆਪਣੇ ਕਰਮੋਂ ਆਪਣੇ ਕੋਈ ਨੇੜੇ ਹੋ ਜਾਂਦਾ, ਕੋਈ ਦੂਰ ਹੋ ਜਾਂਦਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਜਿਨ੍ਹਾਂ ਨੇ ਮਿਹਨਤ ਕਰਕੇ ਮਸਕਤ ਕਰਕੇ ਉਹ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਤੇ ਆਇਆ। ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਕਹਿੰਦੇ ਉਹ ਜਿਹੜੇ ਜੀਵ ਨੇ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ ਸੰਸਾਰ ਦੇ ਵਿੱਚ ਵੀ, ਦਰਬਾਰ ਦੇ ਵਿੱਚ ਵੀ। ਤੇ ਫਿਰ ਉਹ ਕਹਿੰਦੇ ਕਿ ਹੋਰ ਕੀਤੀ ਛੁੱਟੀ ਨਾਲ ਉਹ ਸੰਸਾਰ ਤੋਂ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਦੇ ਕੋਲੋਂ ਬਚ ਜਾਂਦੇ ਨੇ, ਜਮਾਂ ਤੋਂ ਵੀ ਬਚ ਜਾਂਦੇ ਨੇ। ਇੱਥੇ ਤੱਕ ਨਿਰੰਕਾਰ ਜੀ ਕਹਿੰਦੇ ਨੇ ਉਹਨਾਂ ਦਾ ਆਉਣਾ ਜਾਣਾ ਸੰਸਾਰ ਦੇ ਉੱਤੇ ਖਤਮ ਹੋ ਜਾਂਦਾ ਹੈ। ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ। ਨਿਰੰਕਾਰ ਵਾਹਿਗੁਰੂ ਜੀ ਨੇ ਸਾਰੇ ਸੰਸਾਰ ਨੂੰ ਦੱਸਿਆ ਵੀ ਸੱਚਾ ਭੋਜਨ ਕੀ ਹੈ। ਸੱਚੇ ਹੀ ਪਤਿਆਏ ਸੱਚ ਵਿਗਸਿਆ। ਕਹਿੰਦਾ ਸੱਚੇ ਉੱਪਰ ਪੂਰਾ ਭਰੋਸਾ ਰੱਖੋ, ਨਿਰੰਕਾਰ ਵਾਹਿਗੁਰੂ ਤੇ ਪੂਰਾ ਭਰੋਸਾ ਰੱਖੋ ਤੇ ਵਾਹਿਗੁਰੂ ਨਿਰੰਕਾਰ ਦਾ ਜਿਹੜਾ ਸੱਚਾ ਨਾਮ ਹੈ ਉਸ ਦੀ ਹੀ ਕਮਾਈ ਕਰੋ, ਇਹਨੂੰ ਪਹਿਲ ਦੇਵੋ, ਇਹਦਾ ਆਪਣਾ ਇੱਕ ਉੱਚਾ ਸੱਚਾ ਕਰਮ ਬਣਾ ਲਵੋ। ਸੱਚਾ ਕੋਟ ਗਿਰਾਏ ਨਿਜ ਕਰ ਵਸਿਆ। ਨਿਰੰਕਾਰ ਵਾਹਿਗੁਰੂ ਦੀ ਮਿਹਰ ਦੇ ਨਾਲ ਲੋਕ ਸੱਚੇ ਕੋਟ ਕਹਿੰਦੇ ਨੇ ਘਰ ਨੂੰ ਤੇ ਗਿਰਾਹੇ ਕਹਿੰਦੇ ਨੇ ਪਿੰਡ ਨੂੰ। ਨਿਰੰਕਾਰ ਦੇ ਘਰ ਦੇ ਵਿੱਚ ਜਿਹੜਾ ਨਿਰੰਕਾਰ ਦਾ ਇਹ ਸੰਸਾਰ ਰੂਪੀ ਗ੍ਰਾਹ ਹੈ, ਇਹ ਸਾਰਾ ਕੁਝ ਜਿਹੜਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਇਹ ਪਿੰਡ ਹੈ। ਤੇ ਇਹਦੇ ਵਿੱਚ ਜਿਹੜੇ ਘਰ ਨੇ ਉਹ ਦੇਖੋ, ਜੇ ਥੋੜਾ ਜਿਹਾ ਕਿਤੇ ਭਾਵਨਾ ਨਾ ਤੁਰ ਪਈਏ ਨਾ ਆਪਾਂ, ਵੀ ਜਿਹੜੇ ਆਪਣੇ 5 ਖੰਡ ਨੇ, ਧਰਮ ਖੰਡ, ਸਰਮ ਖੰਡ, ਕਰਮ ਖੰਡ, ਤੇ ਇਸੇ ਤਰ੍ਹਾਂ ਜੋ ਹੈ ਵਾਹਿਗੁਰੂ ਨਿਰੰਕਾਰ ਕਿਰਪਾ ਕਰਨ ਜੀ, ਧਰਮ ਖੰਡ, ਸਰਮ ਖੰਡ, ਗਿਆਨ ਖੰਡ ਤੇ ਸੱਚ ਖੰਡ, ਜਿਹੜੇ ਇਹ 5 ਖੰਡ ਤੁਸੀਂ ਹੁਣ, ਕਿਉਂਕਿ ਮੈਂ ਕਾਲੀ ਕੋਸ਼ਿਸ਼ ਕਰਦਾ ਸਮੇਂ ਨੂੰ ਮੁੱਖ ਰੱਖ ਕੇ ਇਹ 5 ਖੰਡਾਂ ਦਾ ਤੁਹਾਨੂੰ ਗਿਆਨ ਹੈ। ਜਿੰਨੀ ਕੁ ਅਸੀਂ ਕਮਾਈ ਕੀਤੀ ਹੁੰਦੀ ਆ ਇਹ ਉੱਥੇ ਸਾਨੂੰ ਜੜ ਕੇ ਸਮਝ ਲਓ ਇਹ ਘਰ ਉਹਦੇ ਹੋ ਜਾਣ। ਮੈਂ ਸਿਰਫ ਭਾਵਨਾ ਨਾਲ ਹੀ ਗੱਲ ਕਰ ਰਿਹਾ, ਕੋਈ ਇਹਦੇ ਵਿੱਚ ਇਹ ਨਾ ਸੋਚ ਲਓ ਵੀ ਇਹ ਸੱਚ ਹੈ, ਨਹੀਂ, ਮੇਰੇ ਮਨ ਦੇ ਵਿੱਚ ਖਿਆਲ ਆ, ਮੈਂ ਤੁਸੀਂ ਗੁਰੂ ਰੂਪ ਹੋ, ਤੁਹਾਡੇ ਨਾਲ ਸਾਂਝਾ ਕਰਨਾ। ਕਹਿੰਦੇ ਫਿਰ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਘਰ ਨੇ ਉਹ ਅਕਾਲ ਪੁਰਖ ਨੇ ਇਦੂ ਨਗਰ ਦੇ ਵਿੱਚ ਹੀ ਬਣਾਏ ਹੋਏ ਨੇ, ਉੱਥੇ ਫਿਰ ਜੀਵ ਜਾ ਕੇ ਬਸ ਜਾਂਦਾ। ਹੁਣ ਦੂਜਾ ਇਹਦਾ ਕੀ ਹੈ, ਸੱਚੇ ਕੋਟ ਗਿਰਾਏ ਨਿਜ ਘਰ ਵਸਿਆ। ਸੱਚੇ ਕੋਟ ਸਰੀਰ ਹੋ ਗਿਆ, ਇਹ ਗ੍ਰਾਹ ਹੈ, ਇਹਦੇ ਅੰਦਰ ਜਿਹੜੇ ਗੁਣ ਨੇ ਉਹ ਕਹਿੰਦੇ ਨਗਰ ਬਣ ਗਿਆ, ਤੇ ਆ ਜਿਹੜਾ ਗ੍ਰਾਹ ਇਹ ਸ਼ਹਿਰ ਬਣ ਗਿਆ, ਜਿਹੜਾ ਮੁਲਕ ਪਿੰਡ ਬਣ ਗਿਆ। ਕਹਿੰਦੇ ਉਹ ਜਿਹੜੇ ਜੀਵਾਂ ਨੇ ਇਹ ਪ੍ਰਮਾਤਮਾ ਨੂੰ ਅੰਦਰੋਂ ਹੀ ਪਹਿਚਾਣ ਲਿਆ, ਅੰਦਰੋਂ ਹੀ ਉਹਦੇ ਗੁਣਾਂ ਦੇ ਧਾਰਨੀ, ਉਹ ਵੱਡਾ ਗੁਣ ਕਿਹੜਾ, ਉਹ ਸ਼ਬਦ ਅਨਹਦ ਸ਼ਬਦ ਪ੍ਰਗਟ ਕਰ ਲਿਆ, ਉਹ ਫਿਰ ਨਿਜ ਘਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਜਾ ਕੇ ਵਸਦੇ ਹਨ। ਸਤਿਗੁਰ ਤੁਠੇ ਨਾਉ ਪ੍ਰੇਮ ਰਹੱਸਿਆ। ਪ੍ਰੇਮ ਦੇ ਵਿੱਚ ਭਿੱਜ ਕੇ ਜੀਵ ਜਿਹੜੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਜਿਹੜੀ ਬੰਦਗੀ ਕਰਦੇ ਨੇ, ਨਾਮ ਜਪਦੇ ਨੇ ਭਾਈ, ਉਹੀ ਉਹ ਨਿਜ ਘਰ ਦੇ ਵਸਨੀਕ ਬਣਦੇ ਹਨ। ਸੱਚਾ ਦੇ ਦੀਵਾਨ ਕੂੜ ਨ ਜਾਈਐ। ਸੱਚੇ ਪ੍ਰਮਾਤਮਾ ਨਾਲ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਹੜਾ ਸੱਚੇ ਦਾ ਦੀਵਾਨ ਹੈ, ਸੱਚੇ ਦੀ ਸਤ ਸੰਗਤ ਹੈ,
ਉਹਦੇ ਵਿੱਚ ਝੂਠਾ ਪੁਰਸ਼ ਕਦੀ ਨਹੀਂ ਜਾਵੇਗਾ। ਝੂਠੋ ਝੂਠ ਵਖਾਣ ਸੋ ਮਹਲ ਖੁਆਈਐ। ਜਿਹੜੇ ਕੂੜ ਦੀ ਕਮਾਈ ਕਰਦੇ ਨੇ, ਮੋਹ ਮਾਇਆ ਦੇ ਵਿੱਚ ਫਸੇ ਨੇ, ਉਹਨਾਂ ਨੂੰ ਸਭ ਕੁਝ ਹੀ ਝੂਠ ਹੀ ਦਿਸਦਾ ਹੈ। ਸੋ ਇਸ ਕਰਕੇ ਉਹ ਸੱਚਮੁੱਚ ਨਿਰੰਕਾਰ ਦੇ ਮਹਲ ਨੂੰ ਭੁਲਾ ਕੇ ਬੈਠੇ ਨੇ, ਤੇ ਨਿਰੰਕਾਰ ਨੇ ਵੀ ਉਹਨਾਂ ਦੀ ਐਸੀ ਮੱਤ ਬਣਾਈ ਨੇ, ਉਹ ਸਾਰੇ ਭੁੱਲੇ ਫਿਰਦੇ ਹਨ। ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਐ। ਜਿਨ੍ਹਾਂ ਦੇ ਉੱਤੇ ਗੁਰੂ ਨਿਰੰਕਾਰ ਜੀ ਕਿਰਪਾ ਕਰਦੇ ਨੇ, ਉਹਨਾਂ ਨੂੰ ਸੱਚੇ ਸ਼ਬਦ ਦੀ ਮੋਹਰ ਉਹਨਾਂ ਦੇ ਉੱਤੇ ਲਾ ਦਿੰਦੇ ਨੇ। ਨਿਸ਼ਾਨ ਚਿੱਠੀ ਨੂੰ ਵੀ ਆਖਿਆ ਹੈ। ਕਹਿੰਦੇ ਨਿਰੰਕਾਰ ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਸੰਸਾਰ ਦੇ ਉੱਤੇ ਮੁਕਤੀ ਦੇ ਦਰ ਦਾ ਗਿਆਨ ਦੇ ਕੇ ਉਸ ਦਰ ਦੀ ਪਰਮਿਟ ਵੀ ਦੇ ਦਿੰਦੇ ਨੇ, ਭਈ ਤੂੰ ਜਦੋਂ ਉੱਥੇ ਜਾਣਾ ਤੈਨੂੰ ਕੋਈ ਨਹੀਂ ਪੁੱਛਿਆ ਜਾਏਗਾ। ਠਾਕ ਨਾ ਪਾਈਏ, ਰਾਸਤੇ ਦੇ ਵਿੱਚ ਉਹਨਾਂ ਨੂੰ ਕੋਈ ਰੋਕ ਨਹੀਂ ਲਾਉਂਦਾ। ਧਰਮ ਰਾਜ ਵੀ ਉਹਨਾਂ ਦਾ ਹਿਸਾਬ ਕਿਤਾਬ ਨਹੀਂ ਕਰਦਾ। ਚਿੱਤਰਗੁਪਤ ਵੀ ਉੱਥੇ ਹਿਸਾਬ ਕਿਤਾਬ ਨਹੀਂ ਦੇ ਸਕਦੇ। ਕਿਹਨਾਂ ਨੂੰ? ਜਿਨ੍ਹਾਂ ਨੂੰ ਨਿਰੰਕਾਰ ਵਾਹਿਗੁਰੂ ਜੀ ਦੇ ਸ਼ਬਦ ਦਾ ਨਿਸ਼ਾਨ, ਜਿਨ੍ਹਾਂ ਦੇ ਮੱਥੇ ਦੇ ਉੱਤੇ ਉਹ ਮੋਹਰ ਲੱਗ ਗਈ, ਜਿਨ੍ਹਾਂ ਨੂੰ ਸੱਚਖੰਡ ਦੀ ਚਿੱਠੀ ਪ੍ਰਾਪਤ ਹੋ ਗਈ, ਮੁਖ ਦਰ ਦੀ ਚਿੱਠੀ ਨਿਰੰਕਾਰ ਨੇ ਦੇ ਦਿੱਤੀ। ਸੱਚ ਸੁਣ ਬੁੱਝ ਵਖਾਣ ਮਹਲ ਬੁਲਾਈਐ। ਸੱਚੇ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਸੁਣਨ ਦੇ ਨਾਲ ਤਾਂ ਉਸ ਜਿਹੜੀ ਸਤਿਗੁਰਾਂ ਵੱਲੋਂ ਨਿਸ਼ਾਨ ਉਹ ਚਿੱਠੀ ਦਿੱਤੀ ਹੁੰਦੀ, ਮੋਹਰ ਲਾਈ ਹੁੰਦੀ, ਉਹਦੇ ਨਾਲ ਹੀ ਵੇ ਮਹੱਲ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਹੈ। ਉਹ ਦੇਖ ਕੇ ਸ਼ਲੋਕ ਮਹਲਾ ਪਹਿਲਾ ਪਹਿਰਾ ਅਗਨ ਹਿਵੈ ਕਰ ਬਾਦਾ ਭੋਜਨ ਸਾਰ ਕਰਾਈ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਐਸਾ ਜੀਵ ਹੋਵੇ ਜਿਹੜਾ ਕਿ ਇਦੂ ਸੰਸਾਰ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਸ਼ਕਤੀਆਂ ਨੂੰ ਪ੍ਰਾਪਤ ਕਰ ਲਵੇ, ਕਿਸੇ ਰੂਪ ਦੇ ਵਿੱਚ ਵੱਡਾ ਦੈਂਤ ਰਾਕਸ਼ ਹੋਵੇ, ਪਰ ਵੱਡੀਆਂ ਵੱਡੀਆਂ ਉਹਦੇ ਕੋਲ ਤਾਕਤਾਂ ਹੋਣ। ਉਹ ਤਾਕਤਾਂ ਦਾ ਹੁਣ ਜ਼ਿਕਰ ਕਰਦੇ ਨੇ। ਕਹਿੰਦੇ ਦੇਖੋ ਇਹ ਸਿੱਧੋ ਕੋਈ ਜੀਵ ਐਸਾ ਹੋਵੇ ਪਹਿਰਾ ਅਗਨ, ਕਹਿੰਦੇ ਅੱਗ ਦੇ ਵਿੱਚ ਘਰ ਬਣਾ ਲਵੇ, ਹਿਵੇ ਘਰ ਦੇ ਵਿੱਚ, ਹਿਵੇ ਕਹਿੰਦੇ ਨੇ ਬਰਫ਼, ਉਹਦੇ ਵਿੱਚ ਉਹ ਆਪਣਾ ਘਰ ਬਣਾ ਲਵੇ, ਤੇ ਲੋਹੇ ਦਾ ਐਡੀ ਤਾਕਤ ਹੋਵੇ ਉਹਦੇ ਵਿੱਚ, ਲੋਹੇ ਨੂੰ ਭੋਜਨ ਰੂਪੀ ਸਮਝ ਕੇ ਉਹ ਚਿੱਥ ਕੇ ਖਾ ਜਾਵੇ। ਕੋਈ ਏਦਾਂ ਦਾ ਜੀਵ ਹੋਵੇ। ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹੱਕ ਚਲਾਈ। ਹੁਣ ਜੇ ਏਦੂ ਰੂਪ ਦੇ ਵਿੱਚ ਵੀ ਦੇਖ ਲਈਏ, ਨਿਰੰਕਾਰ ਵਾਹਿਗੁਰੂ ਜੀ ਉਹਨਾਂ ਨੂੰ ਗਿਆਨ ਦਿੰਦੇ ਨੇ। ਕਹਿੰਦੇ ਮੈਂ ਜੇ ਇਸ ਰੂਪ ਦੇ ਵਿੱਚ ਹੋਵਾਂ, ਹੁਣ ਨਿਰੰਕਾਰ ਵਾਹਿਗੁਰੂ ਜੀ ਉਹਨਾਂ ਦੇ ਭਰਮਾਂ ਨੂੰ ਦੂਰ ਕਰਨ ਵਾਸਤੇ ਆਪਣੇ ਆਪ ਨੂੰ ਏਦੂ ਰੂਪ ਦੇ ਵਿੱਚ ਬਣਾਉਣ ਲੱਗੇ ਨੇ। ਕਹਿੰਦੇ ਨੇ ਜੇ ਮੈਂ ਆਪਣਾ ਘਰ ਅੱਗ ਦੇ ਵਿੱਚ ਬਣਾ ਲਵਾਂ, ਆਪਣਾ ਘਰ ਮੈਂ ਬਰਫ਼ ਦੇ ਵਿੱਚ ਬਣਾ ਲਵਾਂ, ਮੇਰੇ ਵਿੱਚ ਅਕਾਲ ਪੁਰਖ ਨੇ ਇੰਨੀ ਤਾਕਤ ਦਿੱਤੀ ਹੋਵੇ, ਮੈਂ ਜਿਹੜਾ ਮੇਰਾ ਭੋਜਨ ਹੈ ਉਹ ਲੋਹਾ ਬਣ ਜਾਵੇ, ਮੈਂ ਲੋਹੇ ਨੂੰ ਚੱਬ ਚੱਬ ਕੇ ਖਾ ਜਾਵਾਂ। ਸਗਲੇ ਦੁੱਖ, ਜਿਹੜੇ ਸਾਰੇ ਦੁੱਖ ਨੇ ਸੰਸਾਰ ਦੇ ਉੱਤੇ, ਉਹ ਸਾਰੇ ਦੁੱਖ ਮੇਰੇ ਕੋਲ ਆਉਣ ਤੇ ਮੈਂ ਪਾਣੀ ਵਾਂਗੂ ਉਹਨਾਂ ਨੂੰ ਪੀ ਜਾਵਾਂ, ਸਾਰੇ ਦੁੱਖਾਂ ਨੂੰ ਮੈਂ ਝੱਲ ਲਵਾਂ। ਕਹਿੰਦੇ ਤੇ ਪੀਵਾਂ ਧਰਤੀ ਹਾਕ ਚਲਾਈ, ਜਿਹੜੀ ਇਹ ਧਰਤੀ ਹੈ ਇਹਦੇ ਉੱਤੇ ਮੇਰੀ ਸਾਰੀ ਧਰਤੀ ਤੇ ਮੇਰਾ ਹੀ ਹੁਕਮ ਚੱਲਦਾ ਹੋਵੇ। ਤਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ। ਕਹਿੰਦੇ ਮੈਂ ਇੱਕ ਤੱਕੜੀ ਲੈ ਲਵਾਂ, ਇੱਕ ਪਾਸੇ ਮੈਂ ਆਕਾਸ਼ ਅੰਬਰ ਪਾ ਲਵਾਂ, ਦੂਜੇ ਪਾਸੇ 4 ਮਾਸੇ ਦਾ ਮੈਂ ਬੱਟਾ ਪਾ ਲਵਾਂ। 4 ਮਾਸੇ ਇਹ ਸੁਨਿਆਰੇ ਵਰਤਦੇ ਹੁੰਦੇ, ਨਿੱਕਾ ਜਿਹਾ ਬੱਟਾ ਹੁੰਦਾ ਹੈ। ਕਹਿੰਦੇ ਮੈਂ ਉਹ 4 ਮਾਸੇ ਦੇ ਰਾਹੀਂ ਇਹ ਸਾਰੇ ਸੰਸਾਰ ਨੂੰ ਨਾਪਣ ਜੋ ਵਾਲਾ ਬਣ ਜਾਵਾਂ। ਇਹ ਵੱਡਾ ਵੱਡਾ ਮਾਵਾ ਨਹੀਂ ਸਭ ਸੇ ਨੱਥ ਚਲਾਈ। ਔਰ ਮੈਂ ਆਪਣੇ ਸਰੀਰ ਨੂੰ ਏਡਾ ਵੱਡਾ ਕਰ ਲਵਾਂ ਕਿ ਕੋਈ ਜਗ੍ਹਾ ਨਾ ਹੋਵੇ ਧਰਤੀ ਦੇ ਉੱਤੇ, ਤਿੰਨਾਂ ਭਵਨਾਂ ਦੇ ਵਿੱਚ, ਜਿੱਥੇ ਮੈਂ ਆਪਣਾ ਸਿਰ ਲੁਕਾ ਸਕਾਂ, ਤੇ ਸਾਰੇ ਜੀਵਾਂ ਨੂੰ 84 ਲੱਖ ਜੂਨ ਦੇ ਮੈਂ ਨੱਕ ਦੇ ਵਿੱਚ ਨਕੇਲ ਪਾ ਕੇ ਆਪਣੇ ਹੁਕਮ ਦੇ ਅਧੀਨ ਚਲਾ ਸਕਾਂ, ਚਲਾ ਲਵਾਂ। ਇਹ ਤਾਤਾਣ ਹੋਵੇ ਮਨ ਅੰਦਰ ਕਰੀ ਪੇ ਆਖ ਕਰਾਈ। ਇੰਨਾ ਮੇਰੇ ਅੰਦਰ ਸਰੀਰ ਦੇ ਵਿੱਚ ਤਾਕਤ ਹੋ ਜਾਵੇ, ਮੈਂ ਜੋ ਚਾਹਾਂ ਉਹ ਇੱਕਦਮ ਹੋ ਜਾਵੇ। ਕਹਿੰਦੇ ਜਿਹਦੇ ਕੋਲੋਂ ਜੋ ਵੀ ਕੰਮ ਕਰਾਉਣਾ ਚਾਹਾਂ ਉਹ ਉਸੇ ਵੇਲੇ ਮੇਰੇ ਕੋਲੋਂ ਡਰ ਡਰ ਕੇ ਕਰੇ। ਜੇ ਵੱਡ ਸਾਹਿਬ ਤੇ ਵੱਡ ਦਾਤੀ ਦੇ ਦੇ ਕਰੇ ਰਜਾਈ। ਇਹ ਨਿਰੰਕਾਰ ਵਾਹਿਗੁਰੂ ਜੀ ਕਹਿੰਦੇ ਜਿਹੜੀ ਤੇਰੀ ਦਾਤ ਹੈ, ਨਾਮ ਦੀ ਵਡਿਆਈ ਦੀ, ਸਿਫਤ ਦੀ, ਬੰਦਗੀ ਦੀ, ਭਜਨ ਦੀ, ਕਹਿੰਦੇ ਇਹਦੇ ਬਰੋਬਰ ਇਹ ਸਭ ਕੁਝ ਤੁਛ ਮਾਤਰ ਹਨ। ਇਹ ਕੁਝ ਵੀ ਨਹੀਂ, ਤੇਰਾ ਨਾਮ ਇਹਨਾਂ ਸਾਰਿਆਂ ਤੋਂ ਮਹਾਬਲੀ ਹੈ। ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਹੜੇ ਜੀਵ ਦੇ ਉੱਤੇ ਕਿਰਪਾ ਕਰਦੇ ਨੇ, ਆ ਜਿਹੜੀਆਂ ਚੀਜ਼ਾਂ ਉੱਤੇ ਨਿਰੰਕਾਰ ਨੇ ਕੀਤੀਆਂ ਨੇ, ਭਾਵੇਂ ਬੜੀਆਂ ਬੜੀਆਂ ਤਾਕਤਾਂ ਵਾਲੇ ਬੰਦੇ ਹਨ, ਆਪਣੇ ਆਪ ਨੂੰ ਘਾਉਣ ਵਾਲੇ, ਕਹਿੰਦੇ ਉਹ ਤੁਛ ਨੇ ਨਾਮ ਦੇ ਬਰੋਬਰ।
ਪੁਰਖੁਰ, ਪਰ ਜਿਹਦੇ ਉੱਤੇ ਕਿਰਪਾ ਕਰਦੇ ਨੇ ਉਸ ਨੂੰ ਇਹ ਨਾਮ ਦੀ ਵਡਿਆਈ ਬਖਸ਼ਿਸ਼ ਕਰਦੇ ਹਨ। ਮਹਿਲਾ ਦੂਜਾ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ। ਇਦੂ ਸੰਸਾਰ ਦੇ ਉੱਤੇ ਬਹੁਤੇ ਜੀਵ ਐਸੇ ਨੇ ਜਿਹੜੇ ਗੱਲਾਂ ਕਰ ਕਰਕੇ ਥੱਕਦੇ ਹੀ ਨਹੀਂ। ਆਖਣ ਆਖ ਨਾ ਰੱਜਿਆ, ਕਹਿੰਦੇ ਰੱਜਦੇ ਹੀ ਨਹੀਂ, ਗੱਪਾਂ ਮਾਰਨੀਆਂ ਔਰ ਠੱਠੇ ਕਰਨੇ ਦੂਜਿਆਂ ਨੂੰ। ਜਿਹੜੇ ਕੰਨ ਨੇ ਇਹ ਗਲਤ ਚੀਜ਼ਾਂ ਸੁਣ ਕੇ ਰੱਜਦੇ ਹੀ ਨਹੀਂ, ਰੁੱਝਦੇ ਨਹੀਂ, ਪ੍ਰਮਾਤਮਾ ਦੀ ਇੱਕ ਵੀ ਗੱਲ ਨਹੀਂ ਸੁਣਦੇ, ਪਰ ਬੇਅਰਥ ਗੱਲਾਂ ਸੁਣ ਕੇ ਰੱਜਦੇ ਨਹੀਂ। ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹ ਕੀ ਕਵਨ। ਅੱਖਾਂ ਜਿਹੜੀਆਂ ਨੇ ਇਹ ਵਿਅਰਥ ਚੀਜ਼ਾਂ ਨੂੰ ਦੇਖ ਕੇ, ਵਿਸ਼ੇ ਵਿਕਾਰਾਂ ਨੂੰ ਦੇਖ ਕੇ ਰੱਜਦੀਆਂ ਹੀ ਨਹੀਂ। ਤੇ ਜਿਹੜੀਆਂ ਇੰਦਰੀਆਂ ਨੇ ਸਾਡੀਆਂ ਉਹ ਅਨੇਕਾਂ ਗਲਤ ਕੰਮ ਕਰਕੇ ਵੀ ਨਹੀਂ ਰੱਜਦੀਆਂ। ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਭਾਈ ਗੱਲਾਂ ਦੇ ਨਾਲ ਭੁੱਖ ਨਹੀਂ ਉਤਰਦੀ, ਸੰਤੋਖੀ ਜੀਵਨ ਨਹੀਂ ਬਣਦਾ ਸੰਤੋਖ ਧਾਰੇ ਤੋਂ ਬਗੈਰ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ। ਨਿਰੰਕਾਰ ਜੀ ਕਹਿੰਦੇ ਨੇ ਭੁੱਖਾ ਪੁਰਸ਼ ਉਸ ਵੇਲੇ ਵੀ ਰੱਜਦਾ ਹੈ ਜਦੋਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਣ ਕੇ ਪ੍ਰਮਾਤਮਾ ਤੋਂ ਨਾਮ ਲੈਂਦਾ ਤੇ ਪ੍ਰਮਾਤਮਾ ਦੀ ਬੰਦਗੀ ਕਰਕੇ ਆਪਣੇ ਆਪ ਨੂੰ ਇੰਨਾ ਪਵਿੱਤਰ ਨਿਰਮਲ ਕਰ ਲੈਂਦਾ, ਜਨ ਬਣਾ ਲੈਂਦਾ, ਮੇਰੀ ਖਤਮ ਹੋ ਜਾਂਦਾ, ਪ੍ਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ। ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈ ਹੈ। ਪਰਮਾਤਮਾ ਵਾਹਿਗੁਰੂ ਦੇ ਬਗੈਰ, ਸੱਚੇ ਨਾਮ ਤੋਂ ਬਗੈਰ ਸਭ ਕੁਝ ਇੱਥੇ ਝੂਠ ਦੀ ਕਮਾਈ ਹੀ ਹੈ, ਵਿਅਰਥ ਹੈ। ਬਿਨ ਸੱਚੇ ਕੁੜਿਆਰ ਬਨ ਚਲਾਈ ਹੈ। ਕੀਲ ਇਥੋਂ ਬਨ ਕੇ ਤੂੰ ਸੰਸਾਰ ਨੂੰ ਜਾਵੇਂਗਾ, ਝੂਠੇ ਪਦਾਰਥਾਂ ਨੂੰ ਨਹੀਂ ਲਿਜਾ ਸਕੇਗਾ। ਬਿਨ ਸੱਚੇ ਤਨ ਸ਼ਾਰ ਸ਼ਾਰ ਰਲਾਈ ਹੈ। ਸੱਚੇ ਨਾਮ ਤੋਂ ਬਗੈਰ ਇਹ ਜਿਹੜਾ ਸਰੀਰ ਮਿੱਟੀ ਹੈ, ਅਜਾਈ ਹੀ ਮਿੱਟੀ ਦੇ ਵਿੱਚ ਹੀ ਜਾ ਕੇ ਰਲ ਜਾਂਦਾ। ਕੋਈ ਇਹਦੀ ਬਾਤ ਨਹੀਂ ਪੁੱਛਦਾ, ਕਿਸੇ ਜਗ੍ਹਾ ਦੇ ਉੱਤੇ ਇਹਨੂੰ ਮਾਣ ਸਤਿਕਾਰ ਨਹੀਂ ਮਿਲਦਾ। ਬਿਨ ਸੱਚੇ ਸਭ ਭੁੱਖ ਜੇ ਪੈਂਜੈ ਖਾਈਐ। ਨਿਰੰਕਾਰ ਦੇ ਨਾਮ ਤੋਂ ਬਗੈਰ ਜਿੰਨਾ ਮਰਜੀ ਭੋਜਨ ਖਾ ਲਵੇ, ਸੋਹਣੇ ਕੱਪੜੇ ਪਾ ਲਵੇ, ਸਭ ਦੁਖਦਾਈ ਬੇਅਰਥ ਹੁੰਦੇ ਹਨ। ਬਿਨ ਸੱਚੇ ਦਰਬਾਰ ਕੂੜ ਨ ਪਾਈਐ। ਨਿਰੰਕਾਰ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਬਾਰ ਦੇ ਵਿੱਚ ਕੂੜ ਪੁਰਸ਼ ਜਿਹੜੇ ਨੇ, ਝੂਠੇ ਨੇ, ਉਹਨਾਂ ਨੂੰ ਨਹੀਂ ਜਗ੍ਹਾ ਮਿਲਦੀ, ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਕੋਈ ਸਥਾਨ ਵਡਿਆਈ ਵੀ ਨਹੀਂ ਮਿਲਦੀ। ਕੂੜੇ ਲਾਲਚ ਲੱਗ ਮਹਲ ਖੁਆਈਐ। ਝੂਠੇ ਪਦਾਰਥਾਂ ਦੇ ਮਗਰ ਮੋਹ ਮਾਇਆ ਦੇ ਵਿੱਚ ਤੁਰ ਕੇ ਜੀਵ ਜਿਹੜਾ ਹੈ ਉਹ ਸੰਸਾਰ ਦੇ ਉੱਤੇ ਇਦੂ ਰੂਪ ਦੇ ਵਿੱਚ ਕਮਾਈਆਂ ਕਰਦਾ, ਉਹ ਨਿਰੰਕਾਰ ਵਾਹਿਗੁਰੂ ਦੇ ਦਰ ਨੂੰ ਨਹੀਂ ਪਾ ਸਕਦਾ। ਸਭ ਜਗ ਠਗਿਓ ਠਗ ਆਈਐ ਜਾਈਐ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਡੇ ਠੱਗਾਂ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ ਹੈ। ਇਸ ਕਾਰਨ ਕਰਕੇ ਸਾਰੇ ਜੀਵ ਜਿਹੜੇ ਨੇ ਆਉਂਦੇ ਜਾਂਦੇ ਜਨਮ ਮਰਨ ਦੇ ਚੱਕਰ ਦੇ ਵਿੱਚ ਪਏ ਰਹਿੰਦੇ ਹਨ। ਤਨ ਮੈਂ ਤ੍ਰਿਸ਼ਨਾ ਅਗ ਸ਼ਬਦ 부ਝਾਈਐ। ਜਿਹੜੀ ਸਰੀਰ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਤ੍ਰਿਸ਼ਨਾ ਦੀ ਲਾਟਾਂ ਬਲਣੀਆਂ, ਭੁੱਖਾਂ ਲੱਗੀਆਂ ਹੋਈਆਂ ਨੇ। ਉਹ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਰਹੇ। ਤ੍ਰਿਸ਼ਨਾ ਤਾਂ ਮਰਦੇ ਦਮ ਤੱਕ ਮੈਂ ਇੱਕ ਗਾਹਾਂ ਗੁਰੂ ਜੀ ਕਿਰਪਾ ਕਰਨਗੇ ਤਾਂ ਇੱਕ ਆਪ ਜੀ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ, ਪ੍ਰਾਰਥਨਾ ਦੀ ਤੇ ਵਾਸ਼ਨਾ ਦੀ। ਅੱਜ ਚਿੱਤ ਕਰਦਾ ਸੀ ਵੀ ਇਹਦਾ ਗਿਆਨ ਕਰੀਏ ਕੁਝ ਨਾ ਕੁਝ, ਪਰ ਸਮਾਂ ਨੇ ਇਜਾਜ਼ਤ ਦਿੰਦਾ। ਸੋ ਉਹ ਜਿਹੜਾ ਨਿਰੰਕਾਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਜੀਵ ਪ੍ਰਾਰਥਨਾ ਦੇ ਵਿੱਚ ਜੁੜ ਗਿਆ, ਉਹਦੇ ਅੰਦਰੋਂ ਸਾਰੇ ਦੁੱਖ ਰੋਗ ਸੋਗ ਆਸਾ ਤ੍ਰਿਸ਼ਨਾ ਦੀ ਅੱਗ ਖਤਮ ਹੋ ਜਾਂਦੀ ਆ। ਕਿੱਦਾਂ ਹੁੰਦੀ? ਉਹ ਗੁਰੂ ਦਾ ਸ਼ਬਦ ਨਾਮ ਜਿਹੜਾ ਹੈ, ਆ ਸ਼ਬਦ ਵਜਾਈਏ, ਉਹ ਨਾਮ ਕਿਰਪਾ ਕਰਕੇ ਵਜਾ ਦਿੰਦਾ ਹੈ। ਅੱਜ ਇੰਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲਈ। ਇਹ ਅਧਿਆਇ ਦੇ ਵਿੱਚੋਂ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ। ਜੋ ਗਿਆਨ ਨਿਰੰਕਾਰ ਜੀ ਨੇ ਆਪ ਮਿਹਰ ਕਰਕੇ ਬਖਸ਼ਿਸ਼ ਕੀਤਾ, ਉਹ ਤੁਹਾਡੇ ਨਾਲ ਸਾਂਝਾ ਕੀਤਾ। ਪਰ ਅਸੀਂ ਦੁਨਿਆਵੀ ਜਿਗਿਆਸੂ ਜੀਵ ਹਾਂ, ਅਸੀਂ ਵੀ ਇਦੂ ਸੰਸਾਰ ਦੇ ਉੱਤੇ ਵਿਕਾਰਾਂ ਦੇ ਭਰੇ ਹੀ ਸਮਝ ਲਓ। ਪਰ ਤੁਹਾਡੀ ਕਿਰਪਾ ਦੇ ਨਾਲ ਸ਼ਾਇਦ ਹੋ ਸਕਦਾ ਇਹ ਮਨ ਤੋਂ ਜਨਮ ਜਨਮਾਂਤਰਾਂ ਦੀ ਮੈਲ ਲਾ ਦੇਗੇ। ਇਹ ਸਾਡੀ ਸੇਵਾ ਨੂੰ ਪ੍ਰਵਾਨ ਕਰਨਾ। ਗੁਰਮੁਖ ਪਿਆਰਿਓ, ਕਿਰਪਾ ਕਰੋ, ਆਪ ਸੁਣੋ ਤੇ ਦੂਸਰਿਆਂ ਨੂੰ ਸੁਣਾਉਣ ਦੀ ਪ੍ਰੇਰਨਾ ਕਰੋ। ਸੱਚ ਕਿਸੇ ਨੂੰ ਹੀ ਚੰਗਾ ਲੱਗਦਾ। ਹਰ ਕੋਈ ਵਿਰਲਾ ਸੰਸਾਰ ਦੇ ਉੱਤੇ ਗੁਰਮੁਖ ਬਣਦਾ ਤੇ ਵਿਰਲਾ ਹੀ ਕੋਈ ਸਾਧੂ ਸੰਤ ਬਣਦਾ। ਭੇਖੀ ਬੜੇ ਤੁਰੇ ਫਿਰਦੇ ਨੇ ਇੱਥੇ, ਤੇ ਵਿਰਲਾ ਹੀ ਕੋਈ ਆ ਜਿਹੜੇ ਸੱਚ ਦੇ ਚਿਰਾਗ ਦੇ ਵਿੱਚੋਂ ਇਹ ਰੋਸ਼ਨੀ ਗਰਮੈਸ਼ ਲੈ ਲੈਂਦਾ ਤੇ ਸਰੀਰ ਨੂੰ ਉਹਦੇ ਕੋਲੋਂ ਵਿਕਾਰਾਂ ਦੀ ਠੰਡ ਵਿਕਾਰਾਂ ਨੂੰ ਸਾੜ ਦਿੰਦਾ। ਸੋ ਗੁਰੂ ਕਿਰਪਾ ਕਰੇ, ਸਾਡੇ ਉੱਤੇ ਵੀ ਰਹਿਮਤ ਕਰੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਆਪਣੀ ਸੇਵਾ ਦੇ ਲਾਇਕ ਬਣਾਉਣ। ਵਾਹਿਗੁਰੂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।